खालसा जी चैनल ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਤ ਬੰਦੋਂ ਕਰ ਅਨੁਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਤ ਬੰਦੋਂ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਤ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਏ। ਜਹ ਡਿਠੇ ਮਨ ਤੀਰਿਐ ਕਿਲ ਵਿਖ ਵੰਜਨ ਦੂਰੇ। ਸੋ ਕਿਉ ਵਿਸਰੈ ਮਾਉ ਮੈਂ ਜੋ ਰਹਾ ਭਰਪੂਰੇ। ਸੋ ਕਿਉ ਵਿਸਰੈ ਮਾਉ ਮੈਂ ਜੋ ਰਹਾ ਭਰਪੂਰੇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰ ਚੌਪਈ ਛੇ ਮਹੇਤ ਹਮ ਨੇਮ ਸਮੇਤਾ। ਰਟੈ ਪ੍ਰੇਮ ਤੇ ਕਟਹਿ ਕੁਹੇਤਾ। ਸੁਨ ਪੁਨ ਗੁਰ ਭਨਿਓ ਹੈ ਨੀਕੀ। ਗੁਰਬਾਣੀ ਸੰਗ ਪ੍ਰੀਤੀ ਹੀ ਕੀ। ਪਰਮ ਸਨਮਾਨ ਆਵਰ साहिब कमाल बारगाह इनायत के मालक कलयुगी जीवों के उद्धार करता साहिब सहाबा जोत रूप हार आप। महिमा दे मालक तन 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 गुरु पिता श्री गुरुदेव गुरु ग्रंथ साहिब जी दे महान बरकतमयी इनायतमयी श्री चरण कमलों च विराजमान गुरु प्यारी साध संगत। गुरुदेव जी की महान इनायत का सदका साडे सारियां दे सिर ते मरम्मतमई रखे हथ का सदका जीवन का अज का दिन भी प्राप्त होया। और इस नवें दिन दी जो नवें जन्म समान है शाम अजीजुल नवाज गनीमुल खराज पातशाह गुरु गोबिंद सिंह साहिब जी दे मुबारक चरण कमलों की खाक दे नाम करना नसीब होया। सतगुरु जी की अथा मेहर का सदका सोदर चौंकी दे कीर्तन रहरास आरती अरदास ते फिर साहिब जी दे हुक्मनामे आपने झोली च पवाए हैं। कुछ समा होर साहिब कमाल मेरियां पीरियां दे दाते साहिब श्री गुरु हरगोबिंद साहिब जी दे महान प्रसंग अमृत जीवन कथड़ियाँ गुरु इतिहास विचार राही गुरु दे दीदार दी प्राप्ति होवे। इसलिए जितने माता प्राता हाजरीन हाज़री पर रहे हो
ਪੇਸ਼ਤਰ ਛੋਟੀ ਜਿਹੀ ਧਿਆਨ ਸਾਧਨਾ ਹੈ। ਦੋਹਾਂ ਹੱਥਾਂ ਨੂੰ ਹਿਰਦੇ ਦੇ ਸਾਹਮਣੇ ਜੋੜਦਿਆਂ ਨੇਤਰ ਬੰਦ ਕਰਕੇ ਐਸਾ ਗਹਿਰਾਈ ਤੋਂ ਮਹਿਸੂਸ ਕਰੀਏ ਕਿ ਸਾਡਾ ਸੀਸ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨ ਕਮਲਾਂ 'ਤੇ ਟਿਕਿਆ ਹੈ ਤੇ ਸਾਹਿਬ ਜੀਆਂ ਨੇ ਮਿਹਰ ਭਰਿਆ ਹੱਥ ਸਾਡੇ ਸਿਰ 'ਤੇ ਰੱਖਿਆ ਹੋਇਆ। ਗੁਰੂਦੇਵ ਜੀ ਦੇ ਸ਼ਬਦ ਰੂਪੀ ਕਦਮਾਂ ਨੂੰ ਗਲਵੱਕੜੀ ਕਰਦਿਆਂ ਚਰਨ ਚੁੰਮਦਿਆਂ ਹੋਇਆਂ ਗੁਰੂ ਕੀ ਅੰਮ੍ਰਿਤ ਫਤਿਹ ਦੁਆਰਾ ਸਾਂਝ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ ਤੱਕ ਸਰਵਣ ਕਰਦਿਆਂ ਬੜੇ ਪ੍ਰੇਮ ਸਹਿਤ ਇਕਾਗਰਤਾ ਸਹਿਤ ਆਪ ਜੀਆਂ ਨੇ ਸਰਵਣ ਕੀਤਾ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਜੋ ਕਾਬਲ ਦੀਆਂ ਸੰਗਤਾਂ, ਪੇਸ਼ਾਵਰ ਦੇ ਭਾਈ ਸੁਭਾਗਾ ਜੀ ਕਾਬਲ ਤੋਂ ਘੋੜੇ ਖਰੀਦ ਕੇ ਲੱਖ ਲੱਖ ਸਵਾ ਲੱਖ ਮੁੱਲ ਦੇ ਮਹਾਰਾਜ ਜੀ ਨੂੰ 5 ਘੋੜੇ ਭੇਟ ਕੀਤੇ ਤੇ ਸਾਹਿਬ ਜੀ ਨੇ ਇੱਕ ਘੋੜਾ ਉਹਨਾਂ ਵਿੱਚੋਂ ਆਪਣੇ ਵਾਸਤੇ ਰੱਖਿਆ। ਆਖਿਆ ਇਸ 'ਤੇ ਅਸੀਂ ਸਵਾਰੀ ਕਰਾਂਗੇ। ਦੂਸਰਾ ਘੋੜਾ ਸਾਹਿਬ ਬਹਾਦਰ ਬਾਬਾ ਬਿਧੀ ਚੰਦ ਜੀ ਨੂੰ ਬਖਸ਼ ਦਿੱਤਾ। ਇਸ ਤਰ੍ਹਾਂ ਤੀਸਰਾ ਘੋੜਾ ਪੈਂਦੇ ਖਾਨ ਵਾਸਤੇ ਭੇਜਿਆ ਤੇ ਚੌਥਾ ਧੰਨ ਧੰਨ ਬਾਬਾ ਗੁਰਦਿੱਤਾ ਜੀ ਵਾਸਤੇ ਸ੍ਰੀ ਗੋਇੰਦਵਾਲ ਭੇਜ ਦਿੱਤਾ। ਪੰਜਵਾਂ ਘੋੜਾ ਜਿਹੜਾ ਸੀ ਉਹ ਰਹਿ ਗਿਆ, ਨਹੀਂ ਕਿਸੇ ਨੂੰ ਦਿੱਤਾ। ਉਹ ਮਹਾਰਾਜ ਜੀ ਨੇ ਆਪਣੇ ਖਾਸ ਅਸਤਬਲ ਵਿੱਚ ਰਖਵਾ ਲਿਆ। ਇਸ ਤਰ੍ਹਾਂ 5 ਘੋੜੇ ਮਹਾਰਾਜ ਜੀ ਦੇ ਵੰਡ ਹੋ ਗਈ। ਇੱਕ ਆਪਣੇ ਕੋਲ, ਇੱਕ ਅਸਤਬਲ ਵਿੱਚ, ਇੱਕ ਬਾਬਾ ਗੁਰਦਿੱਤਾ ਸਾਹਿਬ, ਇੱਕ ਬਹਾਦਰ ਬਿਧੀ ਚੰਦ ਜੀ ਔਰ ਇੱਕ ਪੈਂਦੇ ਖਾਨ ਨੂੰ। 4-5 ਘੋੜੇ ਇਸ ਤਰ੍ਹਾਂ ਪੂਰੇ ਹੋ ਗਏ। ਘੋੜੇ ਲੈ ਕੇ ਆਏ ਭਾਈ ਸੁਭਾਗਾ ਜੀ ਸਮੇਤ ਸੰਗਤਾਂ ਬਹੁਤ ਪ੍ਰਸੰਨ ਹੋਈਆਂ ਕਿ ਉਹਨਾਂ ਦੀ ਭੇਟਾ ਮਹਾਰਾਜ ਨੇ ਉਹਨਾਂ ਦੇ ਸਾਹਮਣੇ ਹੀ ਸਵੀਕਾਰ ਕਰ ਲਈ। ਜੈਸੇ ਗੁਰਸਿੱਖ ਪਿਆਰੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਜੀ ਵਿਖੇ ਚੰਦੋਏ ਰੁਮਾਲੇ ਭੇਟ ਕਰਦੇ ਨੇ ਤੇ ਉਹਨਾਂ ਦੀ ਇੱਕ ਖਾਹਿਸ਼ ਹੁੰਦੀ ਹੈ ਬਈ ਅਸੀਂ ਲੱਗਿਆ ਹੋਇਆ ਵੀ ਦੇਖੀਏ, ਮਹਾਰਾਜ ਸਾਡੇ 'ਤੇ ਮਿਹਰ ਕਰਨ ਤੇ ਸਾਨੂੰ ਚੰਦੋਆ ਲੱਗਿਆ ਹੋਇਆ, ਰੁਮਾਲੇ ਲੱਗੇ ਹੋਏ ਦੀਦਾਰ ਬਖਸ਼ਾਂ। ਫਿਰ ਅਖੰਡ ਪਾਠ ਸਾਹਿਬ ਜੀ ਦੀਆਂ ਤਾਰੀਖਾਂ ਲਈਆਂ ਜਾਂਦੀਆਂ ਨੇ। ਆਪ ਪਹੁੰਚਣਗੇ ਆਰੰਭਤਾ ਤੋਂ ਲੈ ਕੇ ਸਮਾਪਤੀ ਤੱਕ। ਬੜਾ ਲੰਬਾ ਸਮਾਂ ਕਈਆਂ ਨੂੰ ਇੰਤਜ਼ਾਰ ਕਰਨਾ ਪੈਂਦਾ ਹੈ। ਅੱਜ ਹੀ ਕਿਸੇ ਸੱਜਣ ਦਾ ਇੰਗਲੈਂਡ ਤੋਂ ਮੈਨੂੰ ਫੋਨ ਆਇਆ ਵੀ ਸ੍ਰੀ ਦਰਬਾਰ ਸਾਹਿਬ, ਸ੍ਰੀ ਹਰਿਮੰਦਰ ਸਾਹਿਬ ਜੀ ਦਾ ਜਿਹੜਾ ਉੱਪਰਲੀ ਮੰਜ਼ਲ ਹੈ ਗੁੰਬਦ ਸਾਹਿਬ, ਉੱਥੇ ਸਾਨੂੰ ਅਖੰਡ ਪਾਠ ਦੀ ਤਾਰੀਖ ਲੈ ਦੇਵੋ। ਤੇ ਮੈਂ ਉੱਥੇ ਪਤਾ ਕੀਤਾ, ਮੈਂ ਕਿਹਾ ਵੀ ਕਦੋਂ ਤਾਰੀਖ ਮਿਲ ਸਕਦੀ ਹੈ। ਤੇ ਸੱਜਣਾ ਨੇ ਮੈਨੂੰ ਕਿਹਾ ਵੀ 2026 ਤੱਕ ਕੋਈ ਤਾਰੀਖ ਖਾਲੀ ਨਹੀਂ ਹੈ। 2026 ਤੱਕ ਕੋਈ ਤਾਰੀਖ ਖਾਲੀ ਨਹੀਂ ਹੈ, ਉਸ ਤੋਂ ਅਗਲੀ ਕੋਈ ਮਿਲ ਸਕਦੀ ਹੈ। ਫਿਰ ਗੁਰਸਿੱਖਾਂ ਦੀ ਇਹ ਸ਼ਰਧਾ ਹੁੰਦੀ ਹੈ, ਆਸਥਾ ਹੁੰਦੀ ਹੈ ਕਿ ਮਹਾਰਾਜ ਜੀ ਦੇ ਘਰ ਵਿੱਚ ਸਾਡੇ ਪਾਠ ਆਰੰਭ ਹੋਣ ਤੇ ਸਾਡੀ ਹਾਜ਼ਰੀ ਵੀ ਹੋਵੇ। ਆਉਂਦੇ ਨੇ ਗੁਰਸਿੱਖ
ਤੇ ਜਦ ਐਸਾ ਹੁੰਦਾ ਹੈ ਫਿਰ ਬੜਾ ਮਨ ਪ੍ਰਸੰਨ ਹੁੰਦਾ ਹੈ ਗੁਰਸਿੱਖਾਂ ਦਾ। ਤਿਨਾਂ ਦੇਖ ਮਨ ਚਾਉ ਠੰਡਾ, ਹਉ ਕਦ ਪਾਈ ਗੁਣ ਤਾਸਾ। ਤਨ ਸੋ ਵੇਲਾ ਜਿਤ ਦਰਸ਼ਨ ਕਰਨਾ, ਹਉ ਬਲਿਹਾਰੀ ਸਤਿਗੁਰ ਸਰਨਾ। ਗੁਰਸਿੱਖ ਦੇ ਮਨ ਵਿੱਚ ਕਈ ਗੁਣਾ ਵੱਧ ਚਾਅ ਬਣ ਜਾਂਦਾ ਹੈ। ਮਹਾਰਾਜ ਜੀ ਦੇ ਦਰਸ਼ਨ ਕਰਕੇ ਬਸਤਰ ਭੇਟਾ ਕੀਤੇ ਨੇ ਤੇ ਮਹਾਰਾਜ ਨੇ ਉਸੇ ਵੇਲੇ ਅੰਗੀਕਾਰ ਕਰ ਲਿਆ। ਇਹ ਸੰਗਤਾਂ ਬਹੁਤ ਖੁਸ਼ ਹੋਈਆਂ। ਮਹਾਰਾਜ ਜੀ ਨੇ ਇੱਛਾ ਜ਼ਾਹਰ ਕੀਤੀ ਵੀ ਕੋਈ ਸਿੱਖ ਸਾਨੂੰ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਸੁਣਾਓ। ਹੁਣ ਜੇ ਦੇਖੀਏ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਪਾਠ ਸੁਣਨ ਦੀ ਕੀ ਲੋੜ ਹੈ। ਆਪ ਤੇ ਅਕਾਲ ਪੁਰਖ ਜੋਤ ਹਨ। ਬਾਣੀ ਵੀ ਅਕਾਲ ਪੁਰਖ ਦੀ ਹੈ। ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਕੋਈ ਫਰਕ ਥੋੜ੍ਹੀ। ਬਾਣੀ ਗੁਰੂ ਗੁਰੂ ਹੈ ਬਾਣੀ। ਪਰ ਬਾਣੀ ਪੜ੍ਹਨ ਨਾਲ ਸਿੱਖ ਨੂੰ ਕਿੰਨੀਆਂ ਕੁ ਬਰਕਤਾਂ ਮਿਲ ਸਕਦੀਆਂ ਨੇ, ਇਹ ਮਹਾਰਾਜ ਜੀ ਨੇ ਇਸ ਲਈ ਇਹ ਮਹਾਨ ਕੌਤਕ ਸਰਜ਼ਮੀਨੇ ਸ੍ਰੀ ਹਰਗੋਬਿੰਦਪੁਰ ਸਾਹਿਬ ਵਿਖੇ ਵਰਤਾਇਆ ਹੈ। ਇਹ ਸੰਸਾਰ ਨੂੰ ਦੱਸਣ ਵਾਸਤੇ ਬਈ ਜਪਜੀ ਸਾਹਿਬ ਜੀ ਦਾ ਪਾਠ ਕਰਨ ਵਾਲੇ ਨੂੰ ਕੀ ਕੁਝ ਮਿਲ ਸਕਦਾ। ਜਿਹੜੇ ਨਿਤਨੇਮ ਨਾਲ ਪਾਠ ਕਰਦੇ ਹੋ ਜਾਂ ਜੇ ਨਹੀਂ ਸ਼ੁਰੂ ਕੀਤਾ, ਅੱਜ ਦਾ ਪ੍ਰਕਰਣ ਪ੍ਰਸੰਗ ਧਿਆਨਪੂਰਵਕ ਸਰਵਣ ਕਰਨਾ। ਤੁਹਾਡਾ ਮਨ ਜਪਜੀ ਸਾਹਿਬ ਜੀ ਦੀ ਬਰਕਤ ਨੂੰ ਜਾਣ ਕੇ ਸਮਝ ਕੇ ਤੇ ਆਨੰਦਿਤ ਹੋ ਜਾਏਗਾ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਿੱਖਾਂ ਨੂੰ ਆਖਿਆ ਬਈ ਕੋਈ ਸਿੱਖ ਜਪਜੀ ਸਾਹਿਬ ਦਾ ਸ਼ੁੱਧ ਪਾਠ ਸੁਣਾਵੇ। ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਆਪ ਜੀ ਦੀ ਕਿਰਪਾ ਨਾਲ ਪੜ੍ਹਦੇ ਤਾਂ ਰੋਜ਼ ਹਾਂ। ਸੁਨ ਗਨ ਸਿੱਖ ਹਾਥ ਕੋ ਜੋਰ, ਕਹੇ ਗੁਰੂ ਹਮ ਤੁਮਰੇ ਜੋਰ। ਤੁਹਾਡੇ ਬਲ ਸਦਕਾ ਨਿਤ ਹੀ ਪਾਠ ਕਰੇ ਗੁਰਬਾਣੀ, ਕੰਠ ਹਮਾਰੇ ਇਹ ਮਹਾਨੀ। ਸੰਸਾਰ ਦੀ ਤਿੰਨਾਂ ਲੋਕਾਂ ਦੀ ਸਭ ਤੋਂ ਮਹਾਨ ਬਰਕਤ ਸ੍ਰੀ ਜਪਜੀ ਸਾਹਿਬ ਸਾਡੇ ਕੰਠ ਹੈਗਾ ਹੈ। ਜਾਪ ਸਾਹਿਬ ਅਜੇ ਆਗਮਨ ਨਹੀਂ ਹੋਇਆ ਸੀ। ਜਾਪ ਸਾਹਿਬ ਇਹ 10ਵੇਂ ਜਾਮੇ ਵੇਲੇ ਹੋਇਆ। ਚੌਪਈ ਸਾਹਿਬ, ਸਵਈਏ, ਜਾਪ ਸਾਹਿਬ ਇਹ 10ਵੇਂ ਜਾਮੇ ਵੇਲੇ ਆਏ ਨੇ। ਉਸ ਵੇਲੇ ਸ੍ਰੀ ਜਪਜੀ ਸਾਹਿਬ, ਰਹਿਰਾਜ ਸਾਹਿਬ, ਸੁਖਮਨੀ ਸਾਹਿਬ ਆਦਿਕ ਬਾਣੀਆਂ ਸਨ। 52 ਅੱਖਰੀ ਆਦਿਕ ਬਾਣੀਆਂ, ਰਾਮਕਲੀ, ਸਿੱਧ ਗੋਸ਼ਟ, 5ਵੇਂ ਜਾਮੇ ਤੱਕ ਦੀਆਂ ਸਾਰੀਆਂ ਬਾਣੀਆਂ ਮੌਜੂਦ ਸਨ। ਤੇ ਮਹਾਰਾਜ ਜੀ ਨੇ ਖੁਦ ਜਪਜੀ ਸਾਹਿਬ ਸੁਣਨ ਦੀ ਇੱਛਾ ਪ੍ਰਗਟ ਕੀਤੀ। ਇਹਦਾ ਮਤਲਬ ਇਹ ਹੈ ਸਾਧ ਸੰਗਤ, ਧਿਆਨ ਨਾਲ ਸੁਣਨਾ। ਅੱਜ ਵੀ ਸਿੱਖ ਦੇ ਕੰਠ ਤੋਂ ਮਹਾਰਾਜ ਜਪਜੀ ਸਾਹਿਬ ਸੁਣਨਾ ਚਾਹੁੰਦੇ ਨੇ। ਆਪ ਸਵੇਰੇ ਅੰਮ੍ਰਿਤ ਵੇਲੇ ਰੋਜ਼ ਦੇਖਦੇ ਹੋ ਤਖਤ ਸਾਹਿਬ ਜੀ ਦੇ ਇਸ਼ਨਾਨ ਦੀ ਸੇਵਾ ਪ੍ਰਾਰੰਭ ਹੋ ਜਾਂਦੀ ਤੇ ਨਾਲ ਜਪਜੀ ਸਾਹਿਬ ਜੀ ਦਾ ਪਾਠ ਪ੍ਰਾਰੰਭ ਹੋ ਜਾਂਦਾ। ਤੇ ਜਿਹੜਾ ਸ਼ੁੱਧ ਜਪਜੀ ਸਾਹਿਬ ਦਾ ਪਾਠ ਪੜ੍ਹਦਾ ਹੈ, ਪਾਠ ਕਰਦਾ ਹੈ, ਗੁਰੂ ਸਾਹਿਬ ਦੀਆਂ ਅਥਾਹ ਖੁਸ਼ੀਆਂ, ਰਹਿਮਤਾਂ, ਬਰਕਤਾਂ ਉਹਦੀ ਝੋਲੀ 'ਚ ਪੈ ਜਾਂਦੀਆਂ। ਬਹੁਤ ਵੱਡੀ ਬਰਕਤ ਹੈ। ਅੱਗੇ ਸਰਵਣ ਕਰੀਏ ਪੇਸ਼ਤਰ ਜਿਤਨੇ ਇਸ ਮਹਾਰਾਜ ਜੀ ਦੇ ਘਰ ਵਿੱਚ ਪਟਨਾ ਗੁਰੂ ਕਾ ਘਰ ਹੈ ਅਤੇ ਗੁਰੂ ਸਾਹਿਬ ਜੀ ਵੱਲੋਂ ਬਖਸ਼ੇ ਹੋਏ ਆਪਣੇ ਆਪਣੇ ਘਰਾਂ ਵਿੱਚ ਬੈਠੇ ਹੋ। ਇੱਕ ਦਫਾ ਮਹਾਰਾਜ ਜੀ ਦੇ ਚਰਨ ਕਮਲਾਂ ਦਾ ਧਿਆਨ ਕਰਦਿਆਂ ਗੁਰੂ ਪਾਤਸ਼ਾਹ ਜੀ ਨੂੰ ਨਮਸਕਾਰ ਕਰਦਿਆਂ ਸਾਰੇ ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਇੱਕ ਵਾਰੀ ਫਿਰ ਆਖੋ ਜੀ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਛੇ ਮਹੇਤ ਹਮ ਨੇਮ ਸਮੇਤਾ। ਆਖਿਆ ਹੈ ਗੁਰੂ ਪਾਤਸ਼ਾਹ ਅਵਗੁਣਾ ਤੋਂ
ਜਨਮ ਜਨਮ ਦੇ ਚੱਕਰਾਂ ਤੋਂ, ਤਮਾਮ ਜੋਨੀਆਂ ਦੇ ਚੱਕਰਾਂ 'ਚੋਂ ਮੁਕਤੀ ਪਾਉਣ ਵਾਸਤੇ ਅਸੀਂ ਹਰ ਰੋਜ਼ ਨੇਮ ਨਾਲ, ਇਹ ਨੇਮ ਬੜਾ ਜ਼ਰੂਰੀ, ਨੇਮ ਨਹੀਂ ਤੋੜਨਾ ਚਾਹੀਦਾ। ਸਾਡਾ ਨੇਮ ਟੁੱਟ ਜਾਂਦਾ ਹੈ ਤੇ ਫਿਰ ਸਾਰਾ ਬਲ ਮੁੱਕ ਜਾਂਦਾ ਹੈ। ਜਿਤਨੀਆਂ ਵੀ ਚੀਜ਼ਾਂ ਸੰਸਾਰ 'ਤੇ ਬਲਪੂਰਵਕ ਖੜੀਆਂ ਨੇ ਉਹ ਨੇਮ ਕਰਕੇ ਖੜੀਆਂ। ਅੱਜ ਜਿਸ ਪਾਵਨ ਇਮਾਰਤ ਵਿੱਚ ਆਪ ਬੈਠੇ ਹੋ, ਗੁਰੂ ਸਾਹਿਬ ਜੀ ਦਾ ਮਹਿਲ ਹੈ, ਘਰ ਹੈ। ਇਸ ਨੂੰ ਇੱਕ ਮਹਾਂਮਾਰੀ ਦੇ ਨਿਯਮ ਵਿੱਚ ਇਹਦਾ ਨਿਰਮਾਣ ਕੀਤਾ ਗਿਆ। ਦੀਵਾਰਾਂ ਵਿੱਚ ਟੇਢਾਪਨ ਨਹੀਂ ਹੈ ਕਿਧਰੇ, ਤੇ ਆਪਣੇ ਬੈਲੈਂਸ ਤੇ, ਆਪਣੇ ਭਾਰ ਤੇ, ਧਰਤੀ ਤੇ ਇਹਦਾ ਭਾਰ ਕੋਈ ਨਹੀਂ। ਤੇ ਜੇ ਬੈਲੈਂਸ ਵਿਗੜ ਜਾਵੇ ਤੇ ਇਹਦਾ ਭਾਰ ਨਜ਼ਰ ਆ ਜਾਂਦਾ ਹੈ, ਬਣ ਜਾਂਦਾ ਹੈ, ਤੇ ਉਸ ਭਾਰ ਦੀ ਜਿਹੜੀ ਸ਼ਕਤੀ ਹੈ, ਤਾਕਤ ਹੈ, ਉਹਦੇ ਨਾਲ ਬੜੀਆਂ ਬੜੀਆਂ ਇਮਾਰਤਾਂ ਗਿਰ ਜਾਂਦੀਆਂ। ਇਸੇ ਨੂੰ ਨਿਯਮ ਕਹਿੰਦੇ ਨੇ। ਵੱਡੀਆਂ ਵੱਡੀਆਂ ਟ੍ਰੇਨਾਂ ਇੱਕ ਨਿਯਮ ਵਿੱਚ ਚੱਲਦੀਆਂ ਹੋਈਆਂ ਹਜ਼ਾਰਾਂ ਮੀਲ ਸਫ਼ਰ ਤੈਅ ਕਰਕੇ ਮੁਸਾਫਰਾਂ ਨੂੰ ਮੰਜ਼ਿਲ ਤੱਕ ਲੈ ਜਾਂਦੀਆਂ। ਹਵਾਈ ਜਹਾਜ਼ ਇੱਕ ਨਿਯਮ ਤਹਿਤ ਚੱਲਦੇ ਨੇ, ਸਮੁੰਦਰੀ ਜਹਾਜ਼ਰਾਨੀ ਇੱਕ ਨਿਯਮ ਤਹਿਤ ਚੱਲਦੀ ਹੈ। ਇਸ ਲਈ ਸਿੱਖ ਨੇ ਬਖਸ਼ਿਆ ਹੋਇਆ ਗੁਰੂ ਦਾ ਨਿਤ ਕਰਨਾ ਤੇ ਨਿਯਮ ਨਾਲ ਕਰਨਾ, ਛੱਡਣਾ ਨਹੀਂ, ਵਿੱਚੋਂ ਨਾਗਾ ਨਹੀਂ ਪਾਉਣਾ। ਆਖਣ ਲੱਗੇ ਮਹਾਰਾਜ ਅਸੀਂ ਦੁੱਖਾਂ ਤੋਂ, ਵਿਕਾਰਾਂ ਤੋਂ, ਜੰਮਣ ਮਰਨ ਤੋਂ ਮੁਕਤੀ ਵਾਸਤੇ ਨੇਮ ਨਾਲ ਪੜ੍ਹਦੇ ਹਾਂ। ਰਟੈ ਪ੍ਰੇਮ ਤੇ ਕਟਹਿ ਕੁਹੇਤਾ। ਤੇ ਆਪ ਜੀ ਦੀ ਮਿਹਰ ਸਦਕਾ ਰੋਜ਼ਾਨਾ ਨੇਮ ਨਾਲ ਤੇ ਆਪ ਪ੍ਰੇਮ ਬਖਸ਼ਦੇ ਹੋ, ਪ੍ਰੇਮ ਨਾਲ ਵੀ ਪੜ੍ਹਦੇ ਹਾਂ, ਜਿਸ ਕਰਕੇ ਕਲੇਸ਼ਾਂ ਦਾ ਨਾਸ਼ ਹੋ ਜਾਂਦਾ ਹੈ। ਸੁਨ ਪੁਨ ਗੁਰੂ ਪਨਿਓ ਹੈ ਨੀਕੀ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ ਚੰਗਾ ਕਰਦੇ ਹੋ, ਇਹ ਚੰਗੀ ਗੱਲ ਹੈ। ਗੁਰਬਾਣੀ ਸੰਗ ਪ੍ਰੀਤੀ ਹੀ ਕੀ। ਇਹ ਬਹੁਤ ਚੰਗੀ ਗੱਲ ਹੈ ਕਿ ਹਿਰਦੇ ਦਾ ਪ੍ਰੇਮ, ਕੁਹੇਤ ਜਿਹੜੇ ਸਾਡੇ ਹਿੱਤ ਵਿੱਚ ਨਹੀਂ ਹੈਗੇ, ਉਹਨਾਂ ਕਰਮਾਂ ਨੂੰ ਕੱਟਣ ਵਾਸਤੇ ਸ਼ੁਭ ਹੈਗਾ। ਤੇ ਹਿਰਦੇ ਦੀ ਪ੍ਰੀਤ ਗੁਰਬਾਣੀ ਨਾਲ ਬਣ ਜਾਣੀ, ਇਹ ਬਹੁਤ ਚੰਗੀ ਨੇਕੀ ਗੱਲ ਹੈ। ਤਉ ਸਿੱਖ ਜੋ ਹੋਏ ਬੁੱਧਵੰਤਾ। ਤਉ ਸਿੱਖ ਜੋ ਹੋਏ ਬੁੱਧਵੰਤਾ, ਭਾਵੇਂ ਤੁਸੀਂ ਸਾਰੇ ਹੀ ਪੜ੍ਹਦੇ ਹੋ, ਚੰਗੀ ਗੱਲ ਹੈ, ਪ੍ਰੇਮ ਨਾਲ ਪੜ੍ਹਦੇ ਹੋ, ਪਰ ਬਾਵਜੂਦ ਇਸ ਦੇ ਜਿਹੜਾ ਅਤਿਅੰਤ ਤੀਕਸ਼ਣ ਬੁੱਧੀ ਵਾਲਾ ਕੋਈ ਸਿੱਖ ਹੋਵੇ, ਪੂਰਾ ਲਗਾ ਮਾਤਰਾ ਦਾ ਖਿਆਲ ਰੱਖ ਕੇ ਬਾਣੀ ਪੜ੍ਹ ਸਕਦਾ ਹੋਵੇ। ਕਰਤ ਪ੍ਰੇਮ ਲਖ ਸੁਧ ਪਠੰਤਾ। ਪ੍ਰੇਮ ਨਾਲ ਸ਼ੁੱਧ ਪੂਰਾ ਪਾਠ 38 ਪੌੜੀਆਂ ਜਪਜੀ ਸਾਹਿਬ ਜੀ ਦੀਆਂ ਸੁਣਾ ਸਕਦਾ ਹੋਵੇ। ਸੋ ਅਵਸਨ ਮੁਖ ਥਿਰਹਿ ਹਮਾਰੇ। ਉਹ ਸਿੱਖ ਸਾਡੇ ਆ ਕੇ ਸਾਹਮਣੇ ਬੈਠ ਜਾਵੇ ਤੇ ਸਾਨੂੰ ਪਾਠ ਸੁਣਾਵੇ। ਜਪਜੀ ਪਾਠ ਕਰੈ ਨਿਰਤਾਰਿਓ। ਤੇ ਜਪਜੀ ਸਾਹਿਬ ਜੀ ਦਾ ਪਾਠ ਜਿਹੜਾ ਉਹ ਕਰਨਾ ਪ੍ਰਾਰੰਭ ਕਰੇ। ਸੁਧ ਸੁਨਾਏ ਰਿਝਾਵੇ ਮੋਹੀ। ਸਾਨੂੰ ਸ਼ੁੱਧ ਪਾਠ ਸੁਣਾਵੇ ਤੇ ਅਸੀਂ, ਸਾਡਾ ਹਿਰਦਾ ਉਸ ਤੇ ਰੀਝ ਜਾਏਗਾ, ਸਾਡਾ ਹਿਰਦਾ ਉਸ ਤੇ ਪ੍ਰਸੰਨ ਹੋ ਜਾਏਗਾ। ਤੇ ਸਾਧ ਸੰਗਤ ਜਿਹਦੇ ਤੇ ਗੁਰੂ ਪ੍ਰਸੰਨ ਹੋ ਜਾਏ, ਇਹ ਆਪ ਆ ਕੇ ਬੈਠਦੇ ਹੋ ਨਾ, ਬਾਣੀ ਸੁਣਦੇ ਹੋ, ਗੁਰੂ ਇਤਿਹਾਸ ਸੁਣਦੇ ਹੋ, ਕੀਰਤਨ ਸੁਣਦੇ ਹੋ, ਗੁਰੂ ਕੀਆਂ ਗਾਥਾਵਾਂ ਰਾਹੀਂ ਗੁਰੂ ਕੇ ਦੀਦਾਰ ਪ੍ਰਾਪਤ ਕਰਦੇ ਹੋ, ਤੇ ਇਹਦੇ ਨਾਲ ਹੁੰਦਾ ਇਹ ਹੈ, ਗੁਰੂ ਤੁਹਾਡੇ ਤੇ ਪ੍ਰਸੰਨ ਹੁੰਦਾ ਹੈ। ਜਿਸ ਤੇ ਗੁਰੂ ਪ੍ਰਸੰਨ ਹੋ ਜਾਏ, ਫਿਰ ਬਰਕਤਾਂ ਉਹਦੇ ਕਦਮਾਂ ਵਿੱਚ ਆ ਜਾਂਦੀਆਂ ਨੇ। ਮਹਾਰਾਜ ਕਹਿਣ ਲੱਗੇ ਸਾਨੂੰ ਕੋਈ ਸ਼ੁੱਧ ਪਾਠ ਸੁਣਾਵੇ ਤੇ ਰਿਝਾਵੇ। ਮਨ ਬਾਂਛਤ ਫਲ ਪ੍ਰਾਪਤ ਹੋਈ। ਤੇ ਜਿਹੜਾ ਸ਼ੁੱਧ ਪਾਠ ਕਰੇਗਾ, ਸਾਡਾ ਮਨ ਉਸ ਤੇ ਪ੍ਰਸੰਨ ਹੋਵੇਗਾ ਤੇ ਉਹਨੂੰ ਮਨ ਇੱਛੇ ਫਲ ਪ੍ਰਾਪਤ ਹੋਵਣਗੇ। ਇਸ ਲਈ ਮੈਂ ਕਿਹਾ ਬਈ ਮਹਾਰਾਜ ਜੀ ਦੇ ਬਚਨ ਨੇ ਜਪਜੀ ਸਾਹਿਬ ਵਾਸਤੇ
ਜਿਹੜਾ ਪ੍ਰੇਮ ਨਾਲ ਸ਼ੁੱਧ ਉਚਾਰਨ ਕਰਦਾ ਹੋਇਆ, ਬਾਕਾਇਦਾ ਲਗਾ ਮਾਤਰਾਂ ਦਾ ਖਿਆਲ ਤੇ ਉਚਾਰਨ ਕਰਦਾ ਹੋਇਆ ਬਾਣੀ ਦਾ ਪਾਠ ਕਰਦਾ, ਉਸ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਬਚਨ ਹੈ, ਸਾਰੀਆਂ ਬਰਕਤਾਂ ਮਿਲ ਜਾਂਦੀਆਂ। ਸਿੱਖ ਇਸੇ ਲਈ ਦੁਨੀਆ 'ਤੇ ਨਿਤਨੇਮ ਕਰਨ ਵਾਲੇ ਗਰੀਬ ਨਹੀਂ ਹੁੰਦੇ, ਉਹਨਾਂ ਦੇ ਕਾਰੋਬਾਰ ਛੋਟੇ ਨਹੀਂ ਹੁੰਦੇ, ਵੱਡੇ ਕਾਰੋਬਾਰ ਗੁਰੂ ਦੇ ਦਿੰਦੇ। ਮੈਂ ਕਦੀ ਕਦੀ ਜ਼ਿਕਰ ਕਰਦਾ ਉਹਨਾਂ ਦੋ ਭਰਾਵਾਂ ਦਾ, ਭਾਈ ਹਰਭਜਨ ਸਿੰਘ ਤੇ ਭਾਈ ਕਰਨੈਲ ਸਿੰਘ। ਇੱਧਰ ਦੁਰਗਾਪੁਰ ਦੇ ਕੋਲ ਓਖੜਾ ਇੱਕ ਛੋਟਾ ਜਿਹਾ ਕਸਬਾ ਹੈ, ਉੱਥੇ ਰਹਿੰਦੇ ਨੇ। ਇੱਕ ਦਿਨ ਉਹਨਾਂ ਦੀ ਦੁਕਾਨ 'ਤੇ ਮੈਂ ਗਿਆ, ਕਾਫੀ ਭੀੜ ਸੀ, ਲੰਬੀ ਦੁਕਾਨ ਉਹਨਾਂ ਦੀ, ਕਾਫੀ ਅੱਗੇ ਤੱਕ ਵੱਡੀ ਦੁਕਾਨ, ਤੇ ਗਾਹਕ ਲੱਗੀ ਹੋਈ। ਤੇ ਮੈਂ ਆਵਾਜ਼ ਦਿੱਤੀ, ਮੈਂ ਕਿਹਾ ਭਾਈ ਕਰਨੈਲ ਸਿੰਘ ਜੀ ਹੈਗੇ ਹੋ? ਤੇ ਕੁੜੀ ਆ ਸੱਜਣ ਉਹਨਾਂ ਦਾ ਗਾਹਕ ਸੀ, ਉਹ ਮੈਨੂੰ ਕਹਿਣ ਲੱਗਾ ਵੀ ਸਰਦਾਰ ਜੀ ਚੁੱਪ ਥਾਕੋ, ਕਿਛੂ ਕੋਥਾ ਬੋਲੋ ਨਾ, ਸਰਦਾਰ ਜੀ ਪੂਜੋ ਕੁਰਸਨ। ਬਈ ਸਰਦਾਰ ਜੀ ਪੂਜਾ ਕਰਦੇ ਪਏ। ਤੇ ਮੈਂ ਕਾਊਂਟਰ ਤੋਂ ਦੀ ਉਛਲ ਕੇ ਨਾ ਛੜ ਕੇ ਦੇਖਿਆ ਵੀ ਕਿਹੜੀ ਪੂਜਾ ਕਰਦੇ ਪਏ ਨੇ, ਵੀ ਸ਼ਾਇਦ ਕੋਈ ਦੇਵੀ ਦੇਵਤੇ ਦੀ ਪੂਜਾ ਕਰਦੇ ਹੋਣਗੇ। ਉਹਨੇ ਜੋ ਕਿਹਾ ਬਈ ਸਰਦਾਰ ਜੀ ਪੂਜੋ ਕੁਰਸਨ। ਤੇ ਮੈਂ ਦੇਖਿਆ ਦੋਵੇਂ ਭਰਾ ਕਰਨੈਲ ਸਿੰਘ ਤੇ ਹਰਭਜਨ ਸਿੰਘ, ਇੱਕ ਪੰਕਤੀ ਰਹਿਰਾਸ ਸਾਹਿਬ ਜੀ ਦੀ ਛੋਟਾ ਭਰਾ ਪੜ੍ਹ ਰਿਹਾ ਸੀ ਤੇ ਇੱਕ ਵੱਡਾ ਪੜ੍ਹ ਰਿਹਾ ਸੀ, ਬੈਠ ਕੇ ਪਾਠ ਕਰ ਰਹੇ ਸੀ। ਤੇ ਵਾਹ 60-70 ਗਾਹਕ ਦੁਕਾਨ ਵਿੱਚ ਖੜੇ ਹੋਏ ਇੰਤਜ਼ਾਰ ਕਰ ਰਹੇ ਸਨ ਬਈ ਪੂਜਾ ਕਰਨ ਤੇ ਕੱਪੜਾ ਲਈਏ। ਕੱਪੜੇ ਦੀ ਦੁਕਾਨ ਉਹਨਾਂ ਦੀ। ਖੈਰ ਉਹਨਾਂ ਨੇ ਰਹਿਰਾਸ ਸਾਹਿਬ ਕੀਤੀ ਤੇ ਖੜੇ ਹੋ ਕੇ ਮਿਲੇ ਤੇ ਬੜੇ ਖੁਸ਼ ਹੋਏ, ਕਹਿਣ ਲੱਗੇ ਲਓ ਮਹਾਰਾਜ ਨੇ ਕਿਰਪਾ ਕਰ ਦਿੱਤੀ, ਤੁਹਾਡੇ ਦਰਸ਼ਨ ਹੋ ਗਏ। ਤੇ ਮੈਂ ਕਿਹਾ ਤੁਸੀਂ ਇੰਨੇ ਗਾਹਕ ਨੇ ਦੁਕਾਨ ਤੇ, ਭੁਗਤਾ ਲੈਂਦੇ ਫਿਰ ਰਹਿਰਾਸ ਕਰ ਲੈਂਦੇ। ਤੇ ਵੱਡੇ ਭਰਾ ਭਾਈ ਹਰਭਜਨ ਸਿੰਘ ਜੀ ਹੁਣ ਤਾਂ ਬਹੁਤ ਬਜ਼ੁਰਗ ਹੋ ਗਏ ਹੋਣੇ, ਬੜੀ ਮੁੱਦਤ ਤੋਂ ਮੇਲ ਨਹੀਂ ਹੋਇਆ। ਤੇ ਮੈਨੂੰ ਕਹਿਣ ਲੱਗੇ ਭਾਈ ਸਾਹਿਬ ਜੀ ਇਹ ਰਹਿਰਾਸ ਦੀ ਬਾਣੀ ਦੀ ਬਰਕਤ ਹੀ ਤੇ ਹੈਗੀ ਹੈ, ਨਹੀਂ ਤੇ ਅਸੀਂ ਕਿਹੜਾ ਕੋਈ ਸੋਨੇ ਦਾ ਕੱਪੜਾ ਦਿੰਦੇ ਆ, ਆਮ ਕੱਪੜਾ ਹੀ ਹੈ। ਇਹ ਸਾਧ ਸੰਗਤ ਮੈਂ ਇਸ ਲਈ ਇਹ ਗਾਥਾ ਆਪ ਨੂੰ ਸੁਣਾਈ ਹੈ ਕਿ ਬਾਣੀ ਦੀ ਬਰਕਤ ਬਹੁਤ ਹੈ, ਕਰਕੇ ਦੇਖੋ। ਐਵੇਂ ਨਾ ਕਹਿ ਦਿਆ ਕਰੋ ਵੀ ਇਹਦੇ ਨਾਲ ਕੀ ਹੋ ਜਾਏਗਾ, ਸਭ ਕੁਝ ਹੋ ਜਾਏਗਾ। ਮਹਾਰਾਜ ਸਾਹਿਬ ਜੀ ਦਾ ਬਚਨ ਹੈ, ਆਖਣ ਲੱਗੇ ਜਿਹੜਾ ਸਾਨੂੰ ਬਾਣੀ ਸੁਣਾਵੇਗਾ, ਖੁਸ਼ ਕਰੇਗਾ, ਉਹਦੇ ਮਨ ਇੱਛਤ ਫਲ ਉਹਨੂੰ ਪ੍ਰਾਪਤ ਹੋ ਜਾਵਣਗੇ। ਨਹੀਂ ਅਦੇ ਵਸਤੂ ਪੁੰਨ ਕੌਣ, ਐਸੀ ਕੋਈ ਵਸਤੂ ਹੀ ਨਹੀਂ ਜੋ ਅਸੀਂ ਉਹਨੂੰ ਨਾ ਦੇ ਸਕਦੇ ਹੋਈਏ। ਬਸ ਨੇਮ ਨਾਲ 5 ਬਾਣੀਆਂ ਦਾ ਪਾਠ ਕਰੋ ਤੇ ਸਾਰੀਆਂ ਬਰਕਤਾਂ ਨਾਲ ਝੋਲੀ ਭਰ ਲਓ। ਪਰ ਅਸੀਂ ਕਰਦੇ ਤਾਂ ਹੈ ਨਹੀਂ। ਪਹਿਲੀ ਗੱਲ ਤਾਂ ਅਸੀਂ ਸੁੱਤੇ ਹੀ ਨਹੀਂ ਉੱਠਦੇ, ਤੇ ਫਿਰ ਸੋਚਦੇ ਹਾਂ ਵੀ ਗੁਰੂ ਘਰ ਆ ਕੇ ਦੇ ਜਾਏ। ਗੁਰੂ ਸਾਡਾ ਨੌਕਰ ਲੱਗਿਆ ਹੋਇਆ, ਗੁਰੂ ਤਾਂ ਫਿਰ ਵੀ ਸਾਨੂੰ ਪਾਲਦਾ ਹੈ ਮਾਂ ਬਾਪ ਦੀ ਤਰ੍ਹਾਂ। ਅਸੀਂ ਗੁਰੂ ਦਾ ਬਚਨ ਨਹੀਂ ਮੰਨਦੇ। ਜਿਹੜਾ ਗੁਰੂ ਦਾ ਬਚਨ ਮੰਨਦਾ ਹੈ, ਮਹਾਰਾਜ ਕਹਿੰਦੇ ਨੇ ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੂਬੈ। ਤੂਫਾਨ ਆਇਆ ਹੋਇਆ ਉਹ ਨਹੀਂ ਡੁੱਬੇਗਾ। ਜਲ ਨਹੀਂ ਡੁੱਬੈ ਤਸਕਰ ਨਹੀਂ ਲੇਵੈ, ਭਾਏ ਨਾ ਸਾਕੇ ਜਾਲੇ। ਅੱਗ ਦੇ ਭਾਂਬੜਾਂ ਵਿੱਚ ਵੀ ਉਹ ਬਚ ਜਾਏਗਾ। ਮੈਨੂੰ ਕਈ ਸਿੱਖ ਮਿਲਦੇ ਨੇ, ਕਹਿੰਦੇ ਅਸੀਂ ਪਾਕਿਸਤਾਨ ਤੋਂ ਆਏ ਤੇ ਵਰ ਦੀਆਂ ਗੋਲੀਆਂ ਵਿੱਚ ਬਚ ਗਏ। ਤੇ ਮੈਂ ਕਿਹਾ ਮਹਾਰਾਜ ਦਾ ਬਚਨ ਹੈ, ਤੁਸੀਂ ਨਿਤਨੇਮ ਕਰਦੇ ਹੋਵੋਗੇ, ਉਹਨੇ ਤੁਹਾਡੀ ਰਾਖੀ ਕਰ ਲਈ। ਉਹ ਤੁਹਾਨੂੰ ਉਸਨੇ ਸੱਟ ਨਹੀਂ ਲੱਗਣ ਦਿੱਤੀ, ਨੁਕਸਾਨ ਨਹੀਂ ਹੋਣ ਦਿੱਤਾ। ਕਈ ਕਹਿੰਦੇ ਨੇ ਜੀ ਬਾਜ਼ਾਰ ਵਿੱਚ ਕੱਖ ਨਹੀਂ ਰਿਹਾ, ਪਰ ਸਾਡੇ ਕੋਲ ਗੁਰੂ ਦੀ ਕਿਰਪਾ। ਤੇ ਮੈਂ ਕਹਿੰਦਾ ਇਹ ਗੁਰੂ ਦੀ ਬਾਣੀ ਦੀ ਬਰਕਤ ਹੈ, ਨਿਤਨੇਮ ਦੀ ਬਰਕਤ ਹੈ। ਮਹਾਰਾਜ ਜੀ ਦੀਆਂ ਮਿਹਰਾਂ ਦੀ ਦਾਤ ਨਿਤਨੇਮ ਨਾਲ ਝੋਲੀ 'ਚ ਪੈ ਜਾਂਦੀ ਹੈ। ਪਰ ਕੀਤਾ ਕਿ ਜਾਏ, ਭਾਗ ਆਪਣਾ ਨਾ ਬਣਾਈਏ ਤਾਂ ਨਹੀਂ ਮਿਲਦਾ। ਜੈਸੇ
ਮਹਾਕਵੀ ਤੁਲਸੀ ਜੀ ਦੇ ਬਚਨ ਹਨ। ਗੋਸਵਾਮੀ ਤੁਲਸੀ ਜੀ ਦੀ ਸਕਲ ਪਨਾਰਤ ਹੈ ਜਗ ਮਾਹੀ, ਪਰ ਭਾਗਹੀਨ ਨਰ ਪਾਵਤ ਨਾਹੀ। ਭਾਗ ਤੇ ਹੈ ਨਹੀਂ ਤੇ ਪ੍ਰਾਪਤ ਕਿੱਥੋਂ ਕਰੇ। ਜਿਹੜੇ ਜਪਜੀ ਸਾਹਿਬ ਜੀ ਦਾ ਪਾਠ ਕਰਦੇ ਨੇ ਉਹਨਾਂ ਦੇ ਭਾਗ ਵੱਡੇ ਹੋ ਜਾਂਦੇ ਨੇ। ਪਰ ਹਾਂ ਇਹ ਹੈ ਸ਼ੁੱਧ ਕਰਨਾ, ਪ੍ਰੇਮ ਨਾਲ ਕਰਨਾ, ਕਾਹਲੇ ਨਹੀਂ ਪੈਣਾ ਬਈ ਭਜਾ ਕੇ ਜਪਜੀ ਸਾਹਿਬ ਮੁਕਾ ਦੇਣਾ ਹੈ। ਜਿਮ ਜਾਚੈ ਹਮ ਦਹਿ ਤੌਣ। ਮਹਾਰਾਜ ਕਹਿਣ ਲੱਗੇ ਜਿਹੜਾ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਸਾਨੂੰ ਸੁਣਾਵੇ, ਹੁਣ ਬਚਨ ਇਹ ਹੈ ਬਈ ਸਾਨੂੰ ਸੁਣਾਵੇ। ਇਸ ਤਰ੍ਹਾਂ ਪਾਠ ਕਰਨਾ ਕਿ ਗੁਰੂ ਸਾਹਿਬ ਸੁਣਦੇ ਪਏ, ਮਹਾਰਾਜ ਦੇਖਦੇ ਪਏ ਨੇ, ਬਿਰਾਜਮਾਨ ਨੇ। ਸੇਵਾ ਇਸ ਤਰ੍ਹਾਂ ਭਾਵ ਨਾਲ ਕਰਨੀ, ਪਾਠ ਇਸ ਤਰ੍ਹਾਂ ਭਾਵਲੀਨਤਾ ਨਾਲ ਕਰਨਾ ਹੈ। ਇਸ ਬਿਦ ਪੁਨ ਜਬ ਸਤਿਗੁਰ ਕਹਿਓ। ਮਹਾਰਾਜ ਕਹਿਣ ਲੱਗੇ ਫਿਰ ਕੋਈ ਵਸਤੂ ਹੀ ਨਹੀਂ ਜੋ ਅਸੀਂ ਨਾ ਉਹਨੂੰ ਦਿੰਦੇ ਹੋਈਏ। ਤੇ ਮਹਾਰਾਜ ਜੀ ਨੇ ਫਿਰ ਦੁਬਾਰੇ ਜਦ ਇਹੀ ਗੱਲ ਦੁਹਰਾਈ ਤਾਂ ਸਭਨ ਵਿਚਾਰ ਗੁਰੂ ਰਖ ਲਹੇ ਰੁਖ ਲਹੇ। ਸਾਰਿਆਂ ਨੇ ਗੁਰੂ ਪਾਤਸ਼ਾਹ ਜੀ ਦਾ ਪਾਵਨ ਚਿਹਰਾ ਦੀਦਾਰ ਕੀਤਾ, ਰੁਖ ਦੇਖਿਆ। ਇੱਕ ਸਿੱਖ ਗੁਰਮੁਖ ਨਾਮ ਗੋਪਾਲਾ। ਇੱਕ ਸਿੱਖ ਜਿਹਦਾ ਨਾਮ ਭਾਈ ਗੋਪਾਲਾ ਜੀ ਹੈ। ਹੱਥ ਜੋੜ ਕੇ ਸੁਨੋ ਕਿਰਪਾਲਾ। ਉਸਨੇ ਹੱਥ ਜੋੜੇ ਤੇ ਆਖਿਆ, ਹੈ ਕਿਰਪਾ ਦੇ ਘਰ ਕਿਰਪਾ ਆਲੇ। ਗੁਰੂਦੇਵ ਮਹਾਰਾਜ ਜੀਓ ਮੇਰੀ ਬੇਨਤੀ ਸੁਣੋ। ਜੋ ਸੇਵਕ ਪ੍ਰਤਿਆ ਇਸ ਕਰੀਐ। ਜੇ ਆਪ ਜੀ ਇਸ ਆਪਣੇ ਅਦਨੇ ਜੈ ਨਿਮਾਣੇ ਜੈ ਸੇਵਕ ਪ੍ਰਤੀ ਆਗਿਆ ਕਰ ਦਿਓ, ਭਾਵ ਜੇ ਆਪ ਜੀ ਦਾ ਹੁਕਮ ਹੋਵੇ, ਹਾਂਜੀ, ਆਪਣੀ ਕਿਰਪਾ ਬਲ ਮੋਹ ਪਰ ਧਰੀਐ। ਤੇ ਨਾਲੇ ਮਹਾਰਾਜ ਜੀ ਆਪ ਜੀ ਦੀ ਆਗਿਆ ਮਿਲੇ ਤੇ ਨਾਲੇ ਆਪ ਜੀ ਦੀ ਕਿਰਪਾ ਦੀ ਸ਼ਕਤੀ ਮੈਨੂੰ ਮਿਲੇ, ਕਿਰਪਾ ਦਾ ਬਲ ਪ੍ਰਾਪਤ ਹੋਵੇ। ਰੋਂ ਸੁਨਾਵਨ ਮੈਂ ਥਿਰ ਹੋਏ। ਫਿਰ ਮੈਂ ਆਪ ਜੀ ਦੇ ਚਰਨ ਕਮਲਾਂ ਵਿੱਚ ਬੈਠ ਕੇ ਸੁਣਾਵਾਂ ਤੇ ਆਪ ਸਰਵਣ ਕਰੋ। ਸੁਧ ਪਾਠ ਜਿਮ ਜਪ ਕੋ ਜੋਏ। ਜਿਹੜਾ ਜਪਜੀ ਸਾਹਿਬ ਜੀ ਦਾ ਸ਼ੁੱਧ ਪਾਠ ਹੈਗਾ, ਇਹ ਦਮ ਗਜ਼ੇ ਤੇ ਬੜੇ ਮਾਰਦੇ ਨੇ ਪਰ ਪਾਠੀ ਵਿਰਲੇ ਵਿਰਲੇ ਹੀ ਹੁੰਦੇ। ਮੈਂ ਵੀ ਆਪਣੇ ਆਪ ਨੂੰ ਬੜਾ ਪਾਠੀ ਸਮਝਦਾ ਸੀ। ਕੋਈ ਸਨ 83 ਦੇ ਕਰੀਬ ਦੀ ਗੱਲ ਹੈਗੀ, 84 83। ਤੇ ਮੈਂ ਘਰੋਂ ਭੱਜ ਕੇ ਤੇ ਪਟਨਾ ਸਾਹਿਬ ਆਇਆ। ਤੇ ਇੱਕ ਪੰਜਾਬ ਸਿੰਘ ਨਾਮ ਦੇ ਸੱਜਣ ਸ੍ਰੀ ਬਾਲ ਲੀਲਾ ਸਥਾਨ ਤੇ ਰਹਿੰਦੇ ਹੁੰਦੇ ਸੀ। ਮੈਨੂੰ ਕਹਿਣ ਲੱਗੇ ਤੂੰ ਆਇਆ ਤਾਂ ਭੱਜ ਕੇ ਹੀ ਐ, ਇਸ ਉਮਰ 'ਚ ਭੱਜ ਕੇ ਹੀ ਆਉਂਦੇ ਹੁੰਦੇ, ਤੇ ਪਾਠ ਵਿੱਚ ਡਿਊਟੀ ਲਵਾ ਲੈ, ਜੇ ਤੂੰ ਪਾਠੀ ਬਣ ਜਾਏ ਤੈਨੂੰ ਕੁਝ ਖਰਚ ਵੀ ਮਿਲ ਜਾਏ। ਤੇ ਮੈਂ ਕਿਹਾ ਮੇਰੇ ਕੋਲ ਤੇ ਕੁੜਤਾ ਪਜਾਮਾ ਵੀ ਹੈ ਨਹੀਂ। ਕਹਿੰਦਾ ਤੈਨੂੰ ਮੈਂ ਦੇ ਦਿੰਦਾ। ਮੈਂ ਆਮ ਕੱਪੜੇ ਪਾਏ ਹੋਏ ਸੀ। ਤੇ ਸੂਰਮੇ ਜਿਨ੍ਹਾਂ ਦੇ ਕੋਲ ਬਾਹਰੀ ਨੇਤਰ ਨਹੀਂ ਸਨ ਪਰ ਆਤਮ ਗਿਆਨ ਨਾਲ ਭਰੇ ਹੋਏ, ਰਸ ਨਾਲ ਭਰੇ ਹੋਏ, ਜੋ ਬਚਨ ਕਹਿ ਦਿੰਦੇ ਸਨ ਪੂਰਾ ਹੋ ਜਾਂਦਾ ਸੀ। ਇੱਥੇ ਜਿੱਥੇ ਹੁਣ ਸਾਲਸਰਾਏ ਜੌਹਰੀ ਨਿਵਾਸ ਸਥਾਨ ਸੰਤ ਬਾਬਾ ਮਹਿੰਦਰ ਸਿੰਘ ਜੀ ਗੁਰੂ ਨਾਨਕ ਨਿਸ਼ਕਾਮ ਸੇਵਕ ਜਥੇ ਵਾਲੇ ਬਣਾ ਰਹੇ ਨਾ, ਤਿਆਰ ਹੈ ਆਲਮੋਸਟ, ਸਿਰਫ ਸਜਾਵਟ ਦਾ ਹੀ ਕੰਮ ਰਹਿ ਗਿਆ। ਇੱਥੇ ਰਿਹਾਇਸ਼ੀ ਮਕਾਨ ਹੁੰਦੇ ਸਨ, ਉਹਦੇ ਉੱਪਰ ਉਹਨਾਂ ਦਾ ਨਿਵਾਸ ਹੁੰਦਾ ਸੀ ਬਾਬਾ ਅਜੀਤ ਸਿੰਘ ਜੀ ਦਾ। ਤੇ ਮੈਨੂੰ ਹੁਣ ਪਤਾ ਨਹੀਂ ਕਿਸੇ ਸੱਜਣ ਨੇ ਕਿਹਾ ਵੀ ਉਹਨਾਂ ਨੂੰ ਪਾਠ ਸੁਣਾਓ, ਜੇ ਉਹਨਾਂ ਨੇ ਹਾਂ ਕਰ ਦਿੱਤੀ ਤੇ ਫਿਰ ਪਾਠੀ ਦੀ ਸੇਵਾ ਮਿਲ ਜਾਏ। ਉਹਨਾਂ ਦੇ ਨੇਤਰ ਨਹੀਂ ਸਨ ਤੇ ਮੈਂ ਉਹਨਾਂ ਨੂੰ ਪਾਠ ਸੁਣਾਉਣ ਚਲਾ ਗਿਆ, ਮੱਥਾ ਟੇਕਿਆ। ਮੈਂ ਕਿਹਾ ਜੀ ਮੈਂ ਪਾਠੀ ਲੱਗਣਾ ਇੱਥੇ। ਤੇ ਮੇਰੇ ਕੋਲ ਪਾਠ ਸੁਣ ਕੇ ਕਹਿਣ ਲੱਗੇ ਸ਼ਾਬਾਸ਼, 70% ਪਾਠ ਤੇਰਾ ਠੀਕ ਹੈ, ਪਰ ਤੂੰ ਅਖੰਡ ਪਾਠ ਵਿੱਚ ਡਿਊਟੀ ਨਹੀਂ ਕਰ ਸਕਦਾ, ਸਹਿਜ ਪਾਠ ਲੈ ਲਿਆ ਕਰ। ਜਦੋਂ ਤੇਰਾ ਪਾਠ ਠੀਕ ਹੋ ਜਾਏ ਫਿਰ ਮੈਨੂੰ ਸੁਣਾਈ ਤੇ ਫਿਰ ਤੈਨੂੰ ਡਿਊਟੀ ਦੇ ਦੇਵਾਂ। ਤੇ ਮੇਰਾ ਅੱਜ ਵੀ ਜਦ ਮੈਨੂੰ ਉਹਨਾਂ ਦਾ ਚੇਤਾ ਆ ਜਾਂਦਾ ਨਾ ਤੇ ਉਹਨਾਂ ਦਾ ਚਰਨਾਂ ਦਾ ਧਿਆਨ ਆ ਜਾਂਦਾ ਤੇ ਮੇਰਾ ਮਸਤਕ ਉਹਨਾਂ ਨੂੰ ਝੁਕਦਾ ਹੈ। ਬਈ ਦੇਖੋ ਨੇਤਰ ਨਹੀਂ ਪਰ ਮਜ਼ਾਲ ਹੈ ਕੋਈ ਅੱਖਰ, ਕੋਈ ਕੰਨਾ, ਕੋਈ ਲਗ, ਕੋਈ ਮਾਤਰ ਉਹਨਾਂ ਨੂੰ ਯਾਦ ਨਾ ਹੋਵੇ।
ਇਹ ਅਸਲ ਗੁਰੂ ਗ੍ਰੰਥ ਸਾਹਿਬ ਜੀ ਦਾ ਦੀਦਾਰ ਹੈਗਾ। ਇਹ ਨਹੀਂ ਵੀ ਸਿਰਫ ਇਸ ਤਰ੍ਹਾਂ ਮਹਾਰਾਜ ਬਿਰਾਜੇ ਨੇ ਤੇ ਆਪਾਂ ਦੀਦਾਰ ਕਰ ਲਿਆ, ਭਾਵੇਂ ਵੀ ਅਸੀਂ ਦਰਸ਼ਨ ਹੀ ਕਹਿੰਦੇ ਆ, ਪਰ ਬਾਣੀ ਵਿੱਚ ਲਗਾ ਮਾਤਰਾ ਕੀ ਨੇ। ਬੜੇ ਪਾਠੀ ਪਾਠ ਕਰਨ ਵਾਲੇ ਨਿਤਨੇਮੀ ਮਿਲ ਜਾਣਗੇ, ਪਰ ਉਹਨਾਂ ਨੂੰ ਪੁੱਛ ਲਓ ਵੀ ਮੂਲ ਮੰਤਰ ਵਿੱਚ ਕਿੰਨੀ ਵਾਰੀ ਔਂਕੜ ਆਇਆ, ਕਿੰਨੀ ਵਾਰੀ ਸਿਹਾਰੀ ਆਈ ਹੈ, ਸ਼ਾਇਦ ਹੀ ਕੋਈ ਦੱਸ ਸਕਦਾ ਹੋਵੇ। ਯਾਦ ਹੀ ਨਹੀਂ ਕੀਤਾ ਕਦੀ, ਧਿਆਨ ਹੀ ਨਹੀਂ ਦਿੱਤਾ ਕਦੀ। ਖੈਰ, ਮੁਕਤਸਰ ਮੈਂ ਅਰਜ਼ ਕਰਾਂ, ਇਸ ਲਈ ਹਰ ਰੋਜ਼ ਅਰਦਾਸ ਹੁੰਦੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਲਗਾ ਮਾਤਰਾਂ ਦਾ ਧਿਆਨ ਨਾਲ ਦੀਦਾਰ ਕੀਤਾ ਹੈ, ਦੇਖਿਆ ਵੀ ਹੈ ਕੀ। ਮਹਾਰਾਜ ਕਹਿਣ ਲੱਗੇ, ਫਿਰ ਇਸ ਤਰ੍ਹਾਂ ਜਿਹੜਾ ਧਿਆਨ ਪੂਰਵਕ ਸੁੱਧ ਪਾਠ ਸੁਣਾਵੇ। ਭਾਈ ਗੋਪਾਲਾ ਜੀ ਨੇ ਕਿਹਾ, ਮਹਾਰਾਜ ਕਿਰਪਾ ਕਰੋ, ਦੱਸਿਆ ਵੀ ਨਾਲ ਵੀ ਜੇ ਕਿਰਪਾ ਕਰੋ ਤਾਂ ਹੋ ਸਕਦਾ, ਅਦਰਵਾਈਜ਼ ਹੋ ਵੀ ਨਹੀਂ ਸਕਦਾ। ਸੁਨਤ ਗਰੀਬ ਨਿਵਾਜ ਵਖਾਨਾ, ਤੇ ਗਰੀਬਾਂ ਨੂੰ ਨਿਵਾਜਣ ਵਾਲੇ, ਨਿਮਾਣਿਆਂ ਨੂੰ ਮਾਣ ਦੇਣ ਵਾਲੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸੁਣ ਕੇ ਫਰਮਾਇਆ, ਆਛੀ ਬਾਤ ਥਿਰੋ ਇਸ ਥਾਨਾ। ਮਹਾਰਾਜ ਕਹਿਣ ਲੱਗੇ, ਚੰਗੀ ਗੱਲ ਹੈ, ਭਾਵੇਂ ਹੈ ਵੀ ਤੈਨੂੰ ਕਿਰਪਾ ਦਾ ਬਲ ਦਿੰਦੇ ਹਾਂ, ਅਦਰਵਾਈਜ਼ ਗੁਰੂ ਦੀ ਕਿਰਪਾ ਬਿਨਾਂ ਨਹੀਂ ਆਉਂਦਾ। ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾਹੀਂ ਹੋਰ। ਗੁਰੂ ਤੋਂ ਬਿਨਾ ਹੋਰ ਕੁਛ ਨਹੀਂ ਹੈਗਾ, ਗੁਰੂ ਬਿਨਾ ਹੋਰ ਕਿਤੇ ਜਾਣ ਦੀ ਵੀ ਲੋੜ ਨਹੀਂ, ਤੇ ਗੁਰੂ ਕਿਤੇ ਦੂਰ ਨਹੀਂ ਹੈਗਾ। ਤੂੰ ਸਭਨੀ ਥਾਈ ਜਿੱਥੈ ਹੋ ਜਾਈ, ਸੱਚਾ ਸਿਰਜਣਹਾਰ ਜੀਓ। ਘਰ ਬਾਹਰ ਤੇਰਾ ਪਰਵਾਸਾ, ਤੂੰ ਜਨ ਕੇ ਹੈ ਸੰਗ। ਗੁਰੂ ਨਾਲ ਹੈ, ਗੁਰੂ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤੇ ਸਦਾ ਸੰਭਾਲੇ। ਮਹਾਰਾਜ ਕਹਿਣ ਲੱਗੇ, ਚੰਗੀ ਗੱਲ ਹੈ ਜਿਹੜੀ ਤੂੰ ਕਿਰਪਾ ਦੇ ਬਲ ਦੀ ਮੰਗ ਕੀਤੀ ਹੈ। ਆ ਸਾਡੇ ਸਾਹਮਣੇ ਬੈਠ, ਨਿਜ ਸਨਮੁਖ ਆਸਨ ਡਸਬਾਵਾ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਿੰਘਾਸਣ ਦੇ ਸਾਹਮਣੇ ਆਪਣੇ ਬਰਾਬਰ ਹੀ ਇੱਕ ਹੋਰ ਆਸਣ ਮੰਗਵਾ ਕੇ ਰਖਵਾ ਦਿੱਤਾ, ਢਵਾ ਦਿੱਤਾ। ਕਰੇ ਆਇਸ ਤਿਸ ਪਰ ਬੈਠਾਵਾ। ਮਹਾਰਾਜ ਜੀ ਨੇ ਆਗਿਆ ਕੀਤੀ ਬਈ ਭਾਈ ਗੋਪਾਲਾ ਜੀ ਇਹ ਸਾਡੇ ਸਾਹਮਣੇ ਆਸਣ ਤੇ ਬਹਿ ਜਾਓ। ਕਿੰਨਾ ਵੱਡਾ ਮਾਣ ਮਿਲਿਆ। ਮਹਾਰਾਜ ਜੀ ਨੇ ਆਪਣੇ ਸਾਹਮਣੇ ਆਸਣ ਬਣਵਾਇਆ ਤੇ ਉਸ ਤੇ ਬਿਠਾਇਆ, ਤੇ ਨਾਲੇ ਆਪ ਆਖਿਆ, ਬੈਠੋ ਕਰੋ ਸੁਨਾਵਨ ਸੁਧ ਜਪ ਮੋਹੀ। ਸੁਧ ਜਪ ਮੋਹੀ, ਤੇ ਮੈਨੂੰ ਸੁਧ ਜਪਜੀ ਸਾਹਿਬ ਦੀ ਬਾਣੀ ਸੁਣਾਓ। ਹਾਂਜੀ, ਜਾਚੈ ਕਹੈ ਜੋ ਦੇਵੋਂ ਤੋ। ਬਸ ਮੈਨੂੰ ਜਪਜੀ ਸਾਹਿਬ ਦਾ ਪਾਠ ਸੁਧ ਸੁਣਾ ਦੇਵੋ, ਤੇ ਜੋ ਮੰਗੋਗੇ ਮੈਂ ਦੇ ਦੇਵਾਂਗਾ। ਇੱਕ ਵਾਰੀ ਫੇਰ ਆਖੋ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਆ ਨੁਕਤਾ ਹੈ ਸਾਰੀਆਂ ਬਰਕਤਾਂ ਲੈਣ ਦਾ। ਐਵੇਂ ਅਫਸੋਸ ਵਿੱਚ ਬਹਿਣ ਦੀ ਲੋੜ ਨਹੀਂ ਹੈ, ਮੂੰਹ ਨੀਵਾਂ ਕਰਕੇ ਵੀ ਹਾਏ ਸਾਡੇ ਕੋਲ ਇਹ ਨਹੀਂ ਹੈਗਾ। ਯਤਨ ਕਰੋ ਬਈ ਜਪਜੀ ਸਾਹਿਬ ਦਾ ਪਾਠ ਸੁੱਧ ਕਰਨਾ ਆ ਜਾਏ, ਗੁਰੂ ਸਾਹਿਬ ਕਹਿੰਦੇ ਨੇ ਸਭ ਕੁਝ ਹੀ ਦੇ ਦੇਵਾਂਗੇ। ਯਤਨ ਤੇ ਸਾਨੂੰ ਕਰਨਾ ਪਏਗਾ ਨਾ, ਪੁਰਸਾਰਤ ਤੇ ਕਰਨਾ ਪਏਗਾ। ਆਸ ਤਾਂ ਗੁਰੂ ਪੂਰੀ ਕਰ ਦੇਵੇਗਾ, ਪਰ ਸਾਧ ਸੰਗਤ ਪ੍ਰਯਾਸ ਤਾਂ ਕਰਨਾ ਪਏਗਾ ਨਾ। ਆਸ, ਅਰਦਾਸ ਤੇ ਪ੍ਰਯਾਸ, ਤੇ ਫਿਰ ਪ੍ਰਾਪਤੀ ਖਾਸ ਸਭ ਵਾਸਤੇ ਹੈ। ਤਿਰਕਾਲ ਉਹਨਾਂ ਉਸ ਵੇਲੇ ਲਈ ਵੀ, ਹੁਣ ਵੀ, ਤੇ ਆਉਣ ਵਾਲੇ ਕਰੋੜਾਂ ਯੁੱਗਾਂ ਤੱਕ ਵੀ, ਜਦ ਤੱਕ ਬ੍ਰਹਿਮੰਡ ਰਹਿਣਗੇ। ਇਹ ਬਚਨ ਪੱਕਾ, ਸੱਚਾ ਤੇ ਸਦੀਵੀ ਹੈ ਬਈ ਜਿਹੜਾ ਵੀ ਸਿੱਖ ਬਾਣੀ ਸੁੱਧ ਪੜ੍ਹੇਗਾ, ਜਪਜੀ ਸਾਹਿਬ ਸੁੱਧ ਪੜ੍ਹੇਗਾ, ਉਸ ਨੂੰ ਗੁਰੂ ਪਾਤਸ਼ਾਹ ਦੀਆਂ ਸਾਰੀਆਂ ਹੀ ਬਰਕਤਾਂ ਮਿਲ ਜਾਣਗੀਆਂ। ਹੁਣ ਦੱਸੋ ਕੋਈ ਕਮੀ ਦੀ ਗੱਲ ਹੈ? ਤੇ ਅੱਗੇ ਸਰਵਣ ਕਰੀਏ। ਬੈਠਿਓ ਸਨਮੁਖ ਲਗਿਓ ਉਚਾਰਨ। ਸਾਹਿਬ ਜੀਆਂ ਦੇ ਸਾਹਮਣੇ ਬੈਠ ਗਿਆ, ਇਸ਼ਾਰਾ ਪਾ ਕੇ, ਬਖਸ਼ਿਸ਼ ਪਾ ਕੇ, ਰਹਿਮਤ ਦੀ ਦਾਤ ਪਾ ਕੇ,
ਤੇ ਪਾਠ ਸੁਣਾਉਣ ਲੱਗ ਪਏ। ਸਿਮਰਿਓ ਸ੍ਰੀ ਨਾਨਕ ਸੁਖ ਕਾਰਨ। ਸਾਰੇ ਸੁੱਖਾਂ ਦੇ ਮੂਲ ਗੁਰੂ ਨਾਨਕ ਨੂੰ ਪਹਿਲੇ ਯਾਦ ਕੀਤਾ, ਭਾਵ ਅਰਦਾਸ ਕੀਤੀ। ਇਹ ਵੀ ਇੱਕ ਬੇਸ਼ਕੀਮਤੀ, ਨਾ ਭੁੱਲਣ ਵਾਲਾ ਤੇ ਨਾ ਮਿਸ ਕਰਨ ਵਾਲਾ ਨੁਕਤਾ ਹੈ। ਨਿਤਨੇਮ ਸ਼ੁਰੂ ਕਰਨ ਤੋਂ ਪਹਿਲਾਂ ਅਰਦਾਸ ਕਰਨੀ ਜ਼ਰੂਰੀ ਹੈ, ਕਿਉਂਕਿ ਦੁਨੀਆ ਦੀ ਤਿੰਨਾਂ ਲੋਕਾਂ ਦੀ ਸਭ ਤੋਂ ਵੱਡੀ ਦਾਤ ਝੋਲੀ 'ਚ ਪੈਣ ਲੱਗੀ ਹੈ ਤੇ ਉਸ ਵਿੱਚ ਵਿਘਨ ਨਾ ਕੋਈ ਪੈ ਜਾਏ। ਇਸ ਲਈ ਅਰਦਾਸ ਹੋਵੇ, ਮਹਾਰਾਜ ਤੇਰੀ ਮਿਹਰ ਹੋਵੇ ਤੇ ਇਹਨਾਂ ਬਾਣੀਆਂ ਦਾ ਪਾਠ ਮੇਰੀ ਝੋਲੀ 'ਚ ਸੁੱਧ ਪੈ ਜਾਵੇ। ਉਸਨੇ ਪਹਿਲੇ ਗੁਰੂ ਨਾਨਕ ਜੀ ਨੂੰ ਯਾਦ ਕੀਤਾ, ਅਰਦਾਸ ਕੀਤੀ। ਹਾਂਜੀ, ਪੂਰਬ ਕਹਿ ਇੱਕ ਓੰਕਾਰ। ਸਭ ਤੋਂ ਪਹਿਲੇ ਬੜੇ ਪ੍ਰੇਮ ਸਹਿਤ ਆਖਿਆ ਇੱਕ ਓੰਕਾਰ। ਸਤਨਾਮ। ਸਤਨਾਮ ਕੋ ਬਹੁਰ ਉਚਾਰਾ। ਫਿਰ ਸਤਨਾਮ ਸ਼ਬਦ ਦਾ ਉਚਾਰਨ ਕੀਤਾ। ਸ੍ਰੀ ਹਰਿ ਗੋਬਿੰਦ ਸੁਨ ਕਰ ਜੋਰ। ਬਸ ਆ ਇੱਕ ਓੰਕਾਰ ਸਤਨਾਮ ਕਰਤਾ ਪੁਰਖ, ਜੋ ਪਹਿਲੇ ਮੂਲ ਮੰਤਰ ਹੈ, ਉਸ ਦਾ ਹੀ ਉਚਾਰਨ ਕੀਤਾ। ਤੇ ਦੇਖੋ ਕਿਤਨੀ ਵੱਡੀ ਖੇਡ ਵਰਤੀ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪ ਹੱਥ ਜੋੜ ਲਏ ਤੇ ਭਾਈ ਗੋਪਾਲੇ ਵੱਲ ਨੂੰ ਸਿਰ ਝੁਕਾ ਦਿੱਤਾ। ਸਾਧ ਸੰਗਤ, ਇਹ ਬਰਕਤ, ਇਹ ਸਨਮਾਨ ਗੁਰੂ ਵੱਲੋਂ ਉਸ ਨੂੰ ਮਿਲਦਾ ਹੈ ਜਿਹੜਾ ਸੁੱਧ ਪਾਠ ਕਰਦਾ ਹੈ। ਨਮਸਕਾਰ ਕੀਨੀ ਸਿੱਖ ਔਰ। ਸਿੱਖ ਵਾਲੇ ਪਾਸੇ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪ ਨਮਸਕਾਰ ਕੀਤੀ। ਇਹੀ ਕਾਰਨ ਹੈ ਮਹਾਰਾਜ ਜੀ ਦੀ ਬਾਣੀ ਪੜ੍ਹਨ ਵਾਲਿਆਂ ਨੂੰ, ਗ੍ਰੰਥੀ ਸੇਵਾਦਾਰਾਂ ਨੂੰ ਲੋਕੀ ਗੁਰੂ ਕਾ ਵਜ਼ੀਰ ਕਿਉਂ ਕਹਿੰਦੇ ਨੇ? ਇਸੇ ਲਈ ਵੀ ਇਹ ਬਾਣੀ ਪੜ੍ਹਦੇ ਨੇ। ਮਹਾਰਾਜ ਜੀਆਂ ਨੇ ਆਪ ਨਮਸਕਾਰ ਕੀਤੀ ਹੈ। ਪਠਿਓ ਮੰਗਲਾ ਚਰਨ ਬਹੋਰੀ। ਤੇ ਜਿਸ ਪਹਿਲੇ ਸ਼ਲੋਕ ਨੂੰ ਜਪ ਆਦ ਸੱਚ ਜੁਗਾਦ ਸੱਚ ਮੰਗਲਾਚਰਨ ਵਿਦਵਾਨ ਕਹਿੰਦੇ ਨੇ, ਉਹ ਪੜਿਆ ਹੈ। ਬਰਨਨ ਕੀ ਨਸ ਜੋ ਖਟ ਪੌਰੀ। ਫਿਰ 6 ਪੌੜੀਆਂ ਜਿਹੜੀਆਂ ਨੇ ਉਹ ਪੜੀਆਂ ਜਪਜੀ ਸਾਹਿਬ ਦੀਆਂ। ਜੇ ਜੁਗ ਚਾਰੇ ਜੁਤ ਅਨੁਰਾਗ। ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀ ਹੈ, ਨਾਲ ਚਲੇ ਸਭ ਕੋਏ। ਇਹ ਪ੍ਰੇਮ ਸਹਿਤ ਇੱਥੋਂ ਤੱਕ ਪੜਿਆ। ਪਠੀ ਕਯੋ ਜਿਸ ਮੈਂ ਬੈਰਾਗ। ਜਿਸ ਬਾਣੀ ਨੂੰ ਪੜਨ ਨਾਲ ਬੈਰਾਗ ਪੈਦਾ ਹੁੰਦਾ ਹੈ, ਪੜਿਆ ਗਿਆ। ਬਹੁਰ ਚਤੁਰ ਪਠ ਸਰਵਣ ਮਹਾਤਮ। ਫਿਰ ਬਾਣੀ ਨੂੰ ਸੁਣਨ ਦਾ ਜਿਹੜਾ ਮਹਾਤਮ ਹੈ, ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰਤ ਤਵਲ ਆਕਾਸ਼, ਸੁਣਿਆ ਦੀਪ ਲੋਹ ਪਾਤਾਲ, ਸੁਣਿਆ ਪੋਹ ਨ ਸਕੈ ਕਾਲ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ। ਇਹ 4 ਸਰਵਣ ਕਰਨ ਦੀਆਂ, ਸਰਵਣ ਦਾ ਮਹਾਤਮ ਪ੍ਰਗਟ ਕਰਨ ਦੀਆਂ 4 ਪੌੜੀਆਂ ਪੜੀਆਂ। ਕਰਵੇ ਸਰਵਣ ਬ੍ਰਹਮ ਅਨਾਦਤਾ। ਔਰ ਇਸ ਤਰ੍ਹਾਂ ਸਰਵਣ ਕਰਨ ਨਾਲ ਜੋ ਬ੍ਰਹਮ ਆਨੰਦ, ਪਰਮਾਤਮਾ ਦੇ ਨਾਮ ਦਾ ਆਨੰਦ ਪ੍ਰਾਪਤ ਹੁੰਦਾ ਹੈ। ਬਹੁਰ ਮਨਨ ਕੀ ਪਵਰੀ ਚਾਰ। ਫਿਰ ਮੰਨਣ ਦੀਆਂ 4 ਪੌੜੀਆਂ ਨੇ। ਮੰਨੇ ਕੀ ਗਤ ਕਹੀ ਨਾ ਜਾਏ। ਤੇ ਮੰਨਣਾ ਕੀ ਹੈ? ਨਾਮ ਦੀ ਵਡਿਆਈ ਨੂੰ ਮੰਨਣਾ। ਮੰਨਣਾ ਇਸ ਵਿਚਾਰ ਨੂੰ ਗਹਿਰਾਈ ਤੋਂ ਪ੍ਰਵਾਨ ਕਰਨਾ ਹੈ ਵੀ ਗੁਰੂ ਸਾਹਿਬ ਸੁਣ ਰਹੇ ਨੇ ਤੇ ਮੈਂ ਸ਼ੁੱਧ ਪਾਠ ਕਰਨਾ ਹੈ। ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੇ ਪਿੱਛੇ ਪਛੁਤਾਏ। ਪਛਤਾਏ ਸ਼ਬਦ ਨਹੀਂ ਹੈਗਾ, ਛੱਛੇ ਦੇ ਹੇਠਾਂ ਔਂਕੜ ਹੈ। ਜਿਵੇਂ ਠਾਕੁਰ ਦੇ ਕੱਕੇ ਹੇਠਾਂ ਔਂਕੜ ਹੁੰਦਾ ਨਾ, ਤੇ ਬੁਲਾਣ ਦਾ ਹਿੱਸਾ ਹੈ। ਇਸ ਤਰ੍ਹਾਂ ਪਛੁਤਾਏ, ਪਛੁਤਾਏ ਵੀ ਸ਼ਬਦ ਨਹੀਂ ਹੈਗਾ, ਕਿਉਂਕਿ ਈੜੀ ਸਿਹਾਰੀ ਅੰਤ ਹੈ। ਇਸ ਲਈ ਜੇ ਕੋ ਕਹੇ ਪਿੱਛੇ ਪਛੁਤਾਏ। ਮਹਾਰਾਜ ਜੀ ਦੀ ਬਾਣੀ ਨੂੰ ਸ਼ੁੱਧ ਪੜ੍ਹਨਾ ਤੇ ਧਿਆਨ ਨਾਲ ਪੜ੍ਹਨਾ, ਫਿਰ ਫਰਕ ਪਤਾ ਚੱਲੇਗਾ। ਹਾਂਜੀ, ਕਰਵੇ
ਕਰੀ ਬਹੁਤ ਸੁਨਾਵਨ ਸੁਧ ਉਚਾਰ। ਫਿਰ 4 ਪੌੜੀਆਂ ਮੰਨਣ ਦੀਆਂ ਜੋ ਮਹਾਰਾਜ ਜੀ ਨੇ ਉਚਾਰਨ ਕੀਤੀਆਂ ਨੇ। ਮੰਨੈ ਪਾਵੈ ਮੋਖ ਦੁਆਰ, ਮੰਨੈ ਪਰਵਾਰੈ ਸਾਧਾਰ, ਮੰਨੈ ਤਰੈ ਤਾਰੇ ਗੁਰ ਸਿੱਖ, ਮੰਨੈ ਨਾਨਕ ਭਵੈ ਨਾ ਭਿਖ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਇ। ਇਹ ਭਾਈ ਸਾਹਿਬ ਜੀ ਨੇ ਪੜੀਆਂ। ਪੁਟੈ ਪਠਤ ਪਾ ਪੰਚ ਫਿਰ ਪ੍ਰਵਾਨ। ਉਸ ਤੋਂ ਬਾਅਦ ਪੰਚ ਪ੍ਰਵਾਨ, ਪੰਚ ਪ੍ਰਧਾਨ, ਪੰਚੇ ਪਾਵੈ ਦਰਗਾਹ ਮਾਨ, ਪੰਚੇ ਸੋਹੈ ਹੈ ਦਰ ਰਾਜਾਨ, ਪੰਚਾਂ ਕਾ ਗੁਰ ਏਕ ਧਿਆਨ। ਇਹ ਪੌੜੀ ਪੜੀ ਹੈ। ਨਿਧਿਆ ਸੰਜੈ ਕੀਨ ਵਖਾਨ। ਬਾਰ ਬਾਰ ਪਹਿਲੇ ਸਰਵਣ ਮਨਨ ਨਿਧਿਆਸਨ, ਬਾਰ ਬਾਰ ਬਿਰਤੀਆਂ ਨੂੰ ਰੋਕਣਾ, ਧਿਆਨ ਲਗਾਉਣਾ। ਧਿਆਨ ਲਗਾਉਣਾ ਹੋਰ ਕੋਈ ਨਹੀਂ, ਕਿਤੇ ਵਹਿਮ 'ਚ ਨਾ ਪੈ ਜਾਣਾ। ਕਈ ਕਹਿੰਦੇ ਜੀ ਸਾਹਮਣੇ ਦੀਵਾ ਜਗਾ ਕੇ ਉਹਦੇ 'ਚ ਧਿਆਨ ਠੋਕੋ, ਧਿਆਨ ਜੋੜੋ। ਕਈ ਕਹਿੰਦੇ ਜੀ ਕਿੱਲ ਗੱਡ ਲਓ, ਉਹਦੇ ਵਿੱਚ ਧਿਆਨ ਠੋਕੋ। ਇਹ ਸਭ ਹੋਰ ਮੱਤਾਂ ਦੀਆਂ ਕਿਰਿਆਵਾਂ ਨੇ। ਸਿੱਖ ਨੇ ਨਾ ਕਿਸੇ ਤਸਵੀਰ ਵੱਲ ਤੇ ਨਾ ਕਿਸੇ ਸਰੀਰ ਵੱਲ ਧਿਆਨ ਦੇਣਾ ਹੈ। ਸਿੱਖ ਨੇ ਧਿਆਨ ਕਿੱਥੇ ਦੇਣਾ? ਤੁਨ ਮੈਂ ਧਿਆਨ ਧਿਆਨ ਮੈਂ ਜਾਣਿਆ। ਗੁਰੂ ਦੇ ਸ਼ਬਦ ਦੀ ਧੁਨੀ ਵਿੱਚ ਧਿਆਨ ਦੇਣਾ। ਵਾਹਿਗੁਰੂ ਵਾਹਿਗੁਰੂ ਜ਼ਬਾਨ ਨਾਲ ਉਚਾਰਨ ਕਰਨਾ ਤੇ ਧਿਆਨ ਨਾਲ ਧਾਰਨ ਕਰਨਾ, ਸਰਵਣ ਕਰਨਾ। ਇਹ ਸਾਡਾ ਸਰਵਣ ਪਹਿਲੇ ਗੁਰੂ ਦੇ ਬੋਲ ਸੁਣੇ ਨੇ, ਫਿਰ ਵਿਸ਼ਵਾਸ ਬਣਾਇਆ ਹੈ, ਤੇ ਫਿਰ ਬਾਰ-ਬਾਰ ਨਿਧਿਆਸਨ ਕਰਨਾ, ਆਪਣੀ ਸੁਰਤ ਨੂੰ ਰੋਕਣਾ, ਸਰਵਣ ਕਰਨ ਨਾਲ ਧਿਆਨ ਨਾਲ ਜੋੜਨਾ ਪੜਿਆ ਗਿਆ। ਤੂੰ ਸਦਾ ਸਲਾਮਤ ਨਿਰੰਕਾਰ। ਇਹ ਪਾਰ ਬ੍ਰਹਮ ਪਰਮੇਸ਼ਰ ਜੋ ਮਹਾਰਾਜ ਜੀ ਦੀ ਬਾਣੀ ਦੀਆਂ ਪੌੜੀਆਂ ਨੇ। ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਇੱਥੋਂ ਤੱਕ ਜਪਜੀ ਸਾਹਿਬ ਪੜਿਆ। ਸਖਿਆਤਕਾਰ ਪਰ ਤੁਕੀਏ ਚਾਰ। ਇੱਥੇ ਸਾਖਿਆਤਕਾਰ ਤੇ 4 ਤੁਕਾਂ ਹਨ। ਕੀ ਅਸੰਖਨ ਪਵਰੀ ਫੇਰ। ਫਿਰ ਅਸੰਖ ਵਾਲੀ ਪੌੜੀ ਪੜੀ। ਅਸੰਖ ਜਪ, ਅਸੰਖ ਭਾਵ, ਅਸੰਖ ਪੂਜਾ, ਅਸੰਖ ਤਪ ਤਾਉ। ਇਹ ਪੌੜੀਆਂ ਪੜੀਆਂ ਹਨ। ਸਕਤ ਸ਼ਾਂਤ ਕੀ ਪ੍ਰਥਮ ਸੁਹੇਰ। ਪਹਿਲਾਂ ਹੀ ਪੌੜੀ ਵਿੱਚ ਸ਼ਾਂਤ ਕੀ ਸੁਭਾਅ ਦੇ ਬਚਨ ਹਨ। ਬਹੁਰ ਤਾਮਸੀ ਸਕਤ ਬਖਾਨੀ। ਫਿਰ ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਕਮਰ ਕਰ ਜਾਹੇ ਜੋਰ, ਅਸੰਖ ਗਲ ਵੱਢ ਹੱਤਿਆ ਕਮਾ। ਇਹ ਤਾਮਸੀ ਕਰਮਾਂ ਦਾ ਉਲੇਖ ਹੈ। ਜਿਨ ਕੋ ਅੰਤ ਨ ਕਿਨਹੂ ਜਾਣੀ। ਪਾਰ ਬ੍ਰਹਮ ਪਰਮੇਸ਼ਰ ਦੀ ਬਾਣੀ ਦਾ ਤੇ ਕਿਤਨੇ ਲੋਕ ਕਿਹੋ ਜਿਹੇ ਕਰਮ ਕਰ ਰਹੇ ਨੇ, ਇਸ ਦਾ ਅੰਤ ਨਹੀਂ ਪਾਇਆ ਜਾ ਸਕਦਾ। 4 ਪ੍ਰਕਾਰਨ ਬ੍ਰਹਮ ਜੋ ਗਿਆਨ। ਇਸ ਤਰ੍ਹਾਂ 4 ਪ੍ਰਕਾਰੀ ਬ੍ਰਹਮ ਗਿਆਨ ਜੋ ਹੈ, ਸਕਲ ਸੁਨਾਵਨ ਕੀਨ ਬਖਾਨ। ਸਾਰਾ ਜੋ ਇਹਨਾਂ ਵਿੱਚ ਬ੍ਰਹਮ ਗਿਆਨ ਦਾ ਮਹਾਨ ਗਿਆਨ ਹੈ, ਉਹ ਸਾਰਾ ਸੁਣਾਇਆ ਗਾ ਕੇ। ਹਾਂਜੀ। ਫਿਰ ਬੇਅੰਤਤਾ ਕਹੀ ਬ੍ਰਹਮ। ਫਿਰ ਪਾਰ ਬ੍ਰਹਮ ਪਰਮੇਸ਼ਵਰ ਦੀ ਬੇਅੰਤਤਾ, ਅੰਤ ਨਾ ਜੀਵਨ, ਮਹਾਰਾਜ ਜੀ ਦੇ ਜੋ ਬਚਨ ਨੇ ਉਹ ਸਾਰੇ ਸਰਵਣ ਕਰਾਏ। ਹਾਂਜੀ। ਜੀਵ ਇਸ ਇਕਤਾ ਕਰ ਸਮਕੀ। ਜੀਵ ਤੇ ਈਸ਼ਵਰ ਦੀ ਜਿਹੜੀ ਸਮਾਨਤਾ ਹੈ, ਭਾਵ ਆਤਮਾ ਤੇ ਪਰਮਾਤਮਾ ਇੱਕੋ ਹਨ। ਸਨੈ ਸਨੈ ਸਭ ਕੀਨ ਸੰਭਾਲ। ਪਰ ਬੜੇ ਧਿਆਨ ਨਾਲ, ਹੌਲੀ ਹੌਲੀ, ਕਾਲੀ ਕਾਲੀ ਨਹੀਂ। ਸਨੈ ਸਨੈ ਦਾ ਮਤਲਬ ਹੈ ਹੌਲੀ ਹੌਲੀ, ਆਹਿਸਤਾ ਆਹਿਸਤਾ, ਪ੍ਰੇਮ ਨਾਲ, ਸਤਿਕਾਰ ਨਾਲ ਸਾਰੀ ਬਾਣੀ ਜਪਜੀ ਸਾਹਿਬ ਦੀ ਪੜ੍ਹਦੇ ਜਾ ਰਹੇ ਹਨ। ਮਾਤਰਾ ਵਰਣ ਭਲੇ ਨਿਰਧਾਰ। ਸਾਰੀਆਂ ਮਾਤਰਾਵਾਂ, ਸਾਰੇ ਅੱਖਰਾਂ ਜਿਵੇਂ ਨਿਰਧਾਰਤ ਹਨ ਉਚਾਰਨ ਕਰਨੇ। ਸੁਨ ਸਤਿਗੁਰ ਤਵ ਹਿਰਦੈ ਵਿਚਾਰੀ। ਫਿਰ ਮਹਿਮਾ ਦੇ ਮਾਲਕ 6ਵੇਂ ਪਾਤਸ਼ਾਹ ਜੀ ਨੇ ਬਾਣੀ ਸੁਣ ਕੇ ਤੇ ਮਨ ਵਿੱਚ ਵਿਚਾਰ ਕੀਤਾ, ਨਾਲੇ ਸੁਣਦੇ ਜਾ ਰਹੇ ਹਨ। ਜਪ ਕੇ ਸਮ ਕਿਆ ਵਸਤ ਉਦਾਰੀ। ਭਾਵ ਜਪਜੀ ਸਾਹਿਬ ਦੇ ਬਰਾਬਰ ਕੋਈ ਵਸਤੂ ਦੁਨੀਆ ਦੀ ਹੈ ਨਹੀਂ। ਇਹ ਬੜੇ ਲੋਕ ਟੂਣੇ ਕਰਦੇ ਫਿਰਦੇ,
ਕੋਈ ਹੋਰ ਤਵੀਜ਼ ਬਣਾਉਂਦਾ ਫਿਰਦਾ, ਕੋਈ ਮੁੱਲਾਂ ਮੁਲਾਣਿਆਂ ਕੋਲ ਤੁਰਿਆ ਫਿਰਦਾ, ਕੋਈ ਹੱਥ ਦਿਖਾਉਂਦਾ ਫਿਰਦਾ। ਜੀ ਮੈਂ ਹੱਥ ਦਿਖਾ ਕੇ ਆਇਆ। ਕਿੰਨੇ ਦਾ ਜੀ? 500 ਦਾ। ਤੇ ਫਿਰ ਪੁੱਛੋ ਵੀ ਹੱਥ ਤੂੰ ਕਾਹਦਾ ਦਿਖਾਇਆ? ਹੱਥ ਤਾਂ ਤੈਨੂੰ ਉਹ ਦਿਖਾ ਗਿਆ ਜਿਹਨੇ ਹਿੰਗ ਵੀ ਨਹੀਂ ਦਿੱਤੀ ਤੇ 500 ਵੀ ਤੇਰੇ ਕੋਲੋਂ ਮਾਂਜ ਲਿਆ। ਹੱਥ ਤਾਂ ਤੈਨੂੰ ਉਹ ਦਿਖਾ ਗਿਆ, ਤੂੰ ਕਾਹਦੇ ਹੱਥ ਦਿਖਾਏ? ਜਾ ਹੱਥ ਦਿਖਾ ਤੇ ਆਪਣੇ ਵਾਪਸ ਲੈ ਕੇ ਆ। ਕਿਧਰੇ ਪਖੰਡੀਆਂ ਕੋਲ ਜਾਣ ਦੀ ਲੋੜ ਨਹੀਂ ਹੈ। ਕਹੇ ਜੀ ਫਲਾਣੇ ਦਿਨ ਕੇਲੇ ਕੱਟ ਕੇ ਪਾਣੀ ਵਿੱਚ ਰੋੜ ਦਿਓ ਤੇ ਇਹ ਕੰਮ ਹੋ ਜਾਏ। ਬਿਲਕੁਲ ਨਹੀਂ ਹੁੰਦਾ। ਇਹ ਟੂਣੇ ਟਾਮਣ ਕੁਛ ਵੀ ਨਹੀਂ ਹੈਗੇ। ਜੇ ਕਰਨਾ ਹੈ ਤਾਂ ਦੁਨੀਆ ਦਾ ਕੋਈ ਵੀ ਮਨੁੱਖ ਜ਼ਿਆਦਾ ਨਹੀਂ ਤੇ ਮੂਲ ਮੰਤਰ ਹੀ ਕਰਨ ਲੱਗ ਪਓ, ਸਾਰੀਆਂ ਬਰਕਤਾਂ ਮਿਲ ਜਾਣਗੀ। ਇਹ ਪਾਕਿਸਤਾਨ ਦੇ ਸ਼ਾਇਦ ਰਾਸ਼ਟਰਪਤੀ ਹੋਏ ਨੇ, ਉਹਨਾਂ ਨੇ ਆਪਣੇ ਘਰ ਵਿੱਚ ਮੂਲ ਮੰਤਰ ਦਾ ਪਾਠ ਕੀਤਾ। ਹੁਣ ਨਾਮ ਮੇਰੇ ਧਿਆਨ 'ਚ ਉਹਨਾਂ ਦਾ ਨਹੀਂ ਹੈ, ਡਾਕਟਰ ਅਨੋਖ ਸਿੰਘ ਜੀ ਨੇ ਸਾਰਾ ਲਿਖਿਆ ਹੋਇਆ। ਉਹ ਮੰਨਦਾ ਉਹਨਾਂ ਦਾ ਪਰਿਵਾਰ ਵੀ ਸਾਨੂੰ ਇਹ ਪਦਵੀਆਂ ਮੂਲ ਮੰਤਰ ਕਰਕੇ ਮਿਲੀਆਂ। ਸਿੱਖ ਮੂਲ ਮੰਤਰ ਦਾ ਹੀ ਅਭਿਆਸੀ ਹੋ ਜਾਏ, ਗੁਰੂ ਮੰਤਰ ਦਾ ਹੀ ਅਭਿਆਸੀ ਹੋ ਜਾਏ ਤੇ ਸਭ ਬਰਕਤਾਂ ਮਿਲ ਜਾਂਦੀਆਂ ਨੇ। ਪਰ ਇਹ ਗੁਰੂ ਦੱਸਿਆ ਕੰਮ ਅਸੀਂ ਕਰਦੇ ਨਹੀਂ ਤੇ ਬਾਕੀ ਐਵੇਂ ਆਵਾਗੌਣ ਲੋਕਾਂ ਦੇ ਪਿੱਛੇ ਫਿਰਦੇ ਤੇ ਸਾਡਾ ਨੁਕਸਾਨ ਹੁੰਦਾ ਤੇ ਸਾਡਾ ਅਪਮਾਨ ਹੁੰਦਾ ਤੇ ਸਾਡਾ ਹੀ ਅਪਮਾਨ ਨਹੀਂ ਹੁੰਦਾ। ਆ ਜਿਹੜੀ ਦਸਤਾਰ ਗੁਰੂ ਨੇ ਬਖਸ਼ੀ ਇਹਦਾ ਵੀ ਅਪਮਾਨ ਹੁੰਦਾ ਤੇ ਅਸੀਂ ਕਰਦੇ ਆ। ਤੁਹਾਨੂੰ ਬੜੇ ਮਿਲ ਜਾਣਗੇ। ਉਹਨਾਂ ਨੇ ਤੇ ਜੇ ਗੁਰਦੁਆਰੇ ਦਾਲ ਵੀ ਦੇਣੀ ਹੋਵੇ ਤਾਂ ਵਾਰ ਦੇਖ ਕੇ ਦੇਣੀ ਹੁੰਦੀ ਹੈ ਵੀ ਅੱਜ ਸ਼ਨੀਵਾਰ ਹੈ ਤੇ ਕਾਲੇ ਛੋਲੇ ਬਣਾ ਲਓ, ਅੱਜ ਮੰਗਲਵਾਰ ਹੈ ਤੇ ਇਹ ਰੰਗ ਲੈ ਜਾਓ। ਸਤਿਗੁਰੂ ਦੇ ਸਿੱਖ ਨੇ ਬਾਣੀ ਪੜ੍ਹੀ ਹੈ ਤੇ ਮਹਾਰਾਜ ਸੱਚੇ ਪਾਤਸ਼ਾਹ ਵਿਚਾਰਨ ਲੱਗ ਪਏ ਵੀ ਜਪਜੀ ਸਾਹਿਬ ਦੇ ਬਰਾਬਰ ਤਾਂ ਕੁਝ ਹੈ ਹੀ ਨਹੀਂ, ਹੁਣ ਕੀ ਦੇਵੀਏ। ਜੋ ਇਸ ਕੋ ਅਬ ਦੇ ਬੈ ਕਰੋ, ਜੇ ਕੁਝ ਬਰਾਬਰ ਹੋਵੇ ਤਾਂ ਇਹਨੂੰ ਦੇਵੀਏ ਨਾ। ਹੋਏ ਨਾ ਸਮਤਾ ਕਿਉਂ ਹੂੰ ਤਰਿਆ। ਕਿਤਨਾ ਹੀ ਕੋਈ ਵੱਡੀ ਬੇਸ਼ਕੀਮਤੀ ਵਸਤੂ ਹੋਵੇ ਜਪਜੀ ਸਾਹਿਬ ਦੀ ਬਰਾਬਰੀ ਨਹੀਂ ਕਰ ਸਕਦੀ। ਜੋ ਸਗਰੇ ਜਗ ਕੀ ਗੁਰਿਆਈ। ਇਹ ਜਿਹੜੀ ਸਾਰੇ ਲੋਕਾਂ ਦੀ, ਸਾਰੇ ਜਗਤ ਦੀ, ਤਿੰਨਾਂ ਲੋਕਾਂ ਦੀ ਜਿਹੜੀ ਗੁਰਤਾ ਹੈ, ਭਾਵ ਜਿਹਦੇ ਸਾਹਮਣੇ ਅਨੰਤ ਸ਼ਕਤੀਆਂ, ਅਨੰਤ ਬ੍ਰਹਿਮੰਡਾਂ ਦੀਆਂ ਝੁਕਦੀਆਂ ਹਨ। ਇਹ ਦੈ ਹੈ ਨਿਸਚੈ ਠਹਿਰਾਈ। ਤੇ ਮਨ ਵਿੱਚ ਮਹਾਰਾਜ ਜੀ ਨੇ ਨਿਸ਼ਚੈ ਕਰ ਲਿਆ ਵੀ ਭਾਈ ਗੋਪਾਲਾ ਜੀ ਨੂੰ ਗੁਰਗੱਦੀ ਹੀ ਦੇ ਦੇਣੀ ਹੈ। ਨਾਨਕ ਨਦਰੀ ਨਦਰ ਨਿਹਾਲ। ਫਿਰ ਭਾਈ ਸਾਹਿਬ ਜੀ ਨੇ ਇੱਥੋਂ ਤੱਕ ਪਾਠ ਬੜੇ ਪ੍ਰੇਮ ਨਾਲ ਪੜਿਆ। ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ। ਨਦਰੀ ਜਿਹੜਾ ਨਦਰ ਦਾ ਮਾਲਕ ਹੈ ਉਹ ਨਦਰ ਕਰਕੇ ਹੀ ਨਿਹਾਲ ਕਰ ਦਿੰਦਾ ਹੈ। ਹਾਂਜੀ, ਇਹ ਤੁਕ ਪਠੀ ਪ੍ਰੀਤ ਕੇ ਨਾਮ। ਬੜੇ ਪ੍ਰੇਮ ਨਾਲ ਇਹ ਤੁਕ ਭਾਈ ਜੀ ਨੇ ਪੜ੍ਹੀ ਹੈ, ਭਾਈ ਗੋਪਾਲਾ ਜੀਆਂ ਨੇ। ਤਬ ਸਤਿਗੁਰ ਮਨ ਮੋਦੁ ਪਾਇਓ। ਮਹਾਰਾਜ ਜੀ ਦਾ ਹਿਰਦਾ ਬਹੁਤ ਪ੍ਰਸੰਨ ਹੋਇਆ ਹੈ। ਜਾਨੋ ਉਠਵੇ ਹੇਤ ਉਠਾਇਓ। ਪਾਤਸ਼ਾਹ ਜੀ ਨੇ ਆਪਣਾ ਪਾਵਨ ਗੋਡਾ ਉਠਾ ਲਿਆ, ਉੱਠਣ ਲੱਗੇ ਹਨ। ਤਿਲਕ ਦੇਨ ਕੇ ਚਾਹਿਓ ਹਿਰਦੈ। ਮਨ ਵਿੱਚ ਸੋਚਿਆ ਵੀ ਭਾਈ ਗੋਪਾਲਾ ਜਿਹੜਾ ਇੰਨਾ ਸਮਰਪਿਤ ਹੋ ਕੇ, ਇੰਨਾ ਸ਼ੁੱਧ, ਇੰਨੇ ਪ੍ਰੇਮ ਲਗਨ ਨਾਲ ਬਾਣੀ ਪੜ੍ਹ ਰਿਹਾ ਹੈ, ਇਸ ਨੂੰ ਗੁਰੂ ਨਾਨਕ ਦੀ ਗੁਰਗੱਦੀ ਹੀ ਦੇ ਦਿੰਦੇ ਆ, ਤਿਲਕ ਦੇ ਦਿੰਦੇ ਆ। ਸਿੱਖ ਨੇ ਕਰਿਓ ਮਨੋਰਥ ਤਬੈ। ਤੇ ਉਸੇ ਵੇਲੇ ਭਾਈ ਗੋਪਾਲਾ ਜੀ ਦੇ ਮਨ ਵਿੱਚ ਇੱਕ ਕਾਮਨਾ ਫੁਰ ਪਈ, ਇੱਕ ਵਿਚਾਰ, ਮਨੋਰਥ ਆ ਗਿਆ। ਰਹਿਓ ਪੰਚ ਮੋਹ ਹੈ ਬੜ ਮੋਲ। ਮਨ ਵਿੱਚ ਸੋਚਣ ਲੱਗੇ ਪੰਜਵਾਂ ਘੋੜਾ ਬੇਸ਼ਕੀਮਤੀ ਇਹਨਾਂ ਦੇ ਕੋਲ ਹੀ ਅਜੇ ਹੈਗਾ ਹੈ। ਸੋ ਮੈਂ ਲਿਉ ਗੁਰੂ ਤੇ ਬੋਲ। ਪਾਠ ਸੁਣਾ ਕੇ ਤੇ ਹੁਣ ਮੈਂ ਉਹ ਘੋੜਾ ਲੈ ਲਵਾਂਗਾ। ਦੇਖੋ ਜਪਜੀ ਸਾਹਿਬ ਜੀ ਦੀਆਂ 38 ਪੌੜੀਆਂ ਨੇ ਤੇ ਭਾਈ ਸੰਤੋਖ ਸਿੰਘ ਜੀ ਦੀ ਲਿਖਣੀ ਤੋਂ ਸਦਕੇ ਜਾਈ, ਜਿੱਥੇ 38 ਪੌੜੀਆਂ ਸਮਾਪਤ ਕਰਦੇ ਨੇ ਤੇ ਉੱਥੇ ਹੀ ਨਾਲ ਇਸ ਅਧਿਆਏ ਦਾ ਅੰਕ 38 ਵੀ ਹੈ, ਜਿਹੜਾ 46ਵਾਂ ਅੰਸੂ ਹੈ, ਅਧਿਆਏ ਹੈ ਰਾਜ ਸੇਵੀਂ ਤੇ ਉਹਦਾ ਅੰਕ ਵੀ 38 ਹੈਗਾ। 38ਵੀਂ ਪੌੜੀ ਦਾ ਜ਼ਿਕਰ ਕਰਦੇ ਨੇ ਤੇ ਨਾਲ ਅੰਕ ਵੀ 38। ਇਹ ਜਿਹੜੀ ਕਾਵ ਕਲਾ ਹੈ,
ਇਹ ਸ਼ਾਇਦ ਹੀ ਇਸ ਪਾਏ ਦੀ ਹੋਰ ਕਿਸੇ ਨੂੰ ਮਿਲੀ ਹੋਵੇ, ਜਿਹੋ ਜਿਹੀ ਭਾਈ ਸੰਤੋਖ ਸਿੰਘ ਦੀ ਝੋਲੀ ਵਿੱਚ ਸਤਿਗੁਰੂ ਜੀਆਂ ਨੇ ਪਾਈ ਹੈ। ਜੀਨ ਸਮੇਤ ਪਾਏ ਕਰ ਸੋ। ਮਨ ਵਿੱਚ ਸੋਚਣ ਲੱਗੇ ਵੀ ਘੋੜੇ ਉਸੇ ਘੋੜੇ ਤੇ ਕਾਠੀ ਪਾ ਕੇ ਡੋਂ ਤਿਸੀ ਪਰ ਮਨ ਮੁਦ ਹੋ। ਤੇ ਮੈਂ ਜੇ ਉਸੇ ਘੋੜੇ ਤੇ ਚੜਾਂ ਤੇ ਬਹੁਤ ਪ੍ਰਸੰਨਤਾ ਹੋਵੇਗੀ। ਅਸਵਰ ਪਰ ਹੋਵਨ ਅਸਵਾਰ। ਇਹੋ ਜੇ ਬੇਸ਼ਕੀਮਤੀ ਘੋੜੇ ਦਾ ਸਵਾਰ ਬਣਨਾ। ਆਏ ਪ੍ਰਥੀ ਪਰ ਸਵਰਗ ਬਹਾਰ। ਜੇ ਕਿਤੇ ਉਹ ਘੋੜਾ ਮਹਾਰਾਜ ਮੈਨੂੰ ਬਖਸ਼ ਦੇਣ ਤੇ ਧਰਤੀ ਤੇ ਸਵਰਗ ਮੈਨੂੰ ਮਿਲ ਜਾਏਗਾ। ਸਵਰਗ ਦੀ ਸਵਾਰੀ ਵਰਗੀ ਇਹ ਸਵਾਰੀ ਮਹਾਰਾਜ ਜੀ ਦਾ ਘੋੜਾ ਹੈ ਪੰਜਵਾਂ। ਜਿਸ ਕੋ ਦੇਖ ਸਿਹਾਵਤ ਨੈਣ। ਜਿਸ ਨੂੰ ਦੇਖ ਕੇ ਨੇਤਰ ਲਾਲਚ ਵਿੱਚ ਆ ਜਾਂਦੇ ਹਨ। ਸੋ ਮੋ ਕੋ ਗੁਰ ਕਰ ਹੈ ਦੇ। ਉਹ ਜੇਕਰ ਸਾਹਿਬ ਮੈਨੂੰ ਦੇ ਦੇਵਣ। ਮੁਖ ਮੰਗਿਓ ਦੇ ਹੈ ਕਹਿ ਲੀਨ। ਮਹਾਰਾਜ ਜੀ ਕੋਲੋਂ ਮੁਖ ਮੂੰਹੋਂ ਮੰਗ ਲਵਾਂ ਤੇ ਮੈਨੂੰ ਦੇ ਦੇਵਣ। ਏਵ ਮਨੋਰਥ ਕੋ ਮਨ ਕੀ। ਇਸ ਤਰ੍ਹਾਂ ਮਨ ਵਿੱਚ ਮਨੋਰਥ ਥਾਪ ਲਿਆ। ਜਵੈ ਪਿਖਿਓ ਗੁਰ ਚਰਨ ਤੇ ਉਠਾਇਓ। ਜਦੋਂ ਨਜ਼ਰ ਪਈ ਵੀ ਸਤਿਗੁਰੂ ਜੀ ਨੇ ਗੋਡਾ ਉੱਪਰ ਕੀਤਾ ਹੈ, ਭਾਵ ਉੱਠਣ ਲੱਗੇ ਹਨ, ਚਰਨ ਉਠਾਇਆ ਹੈ, ਮਾਇਆ ਨੇ ਤਬ ਤੇ ਵਿਚਲਾਇਓ। ਪ੍ਰਭੂ ਦੀ ਮਾਇਆ ਨੇ ਮਨ ਵਿਚਲਿਤ ਕਰ ਦਿੱਤਾ। ਸਮਝੋ ਹਿਰਦੈ ਗੁਰੂ ਅਵ ਚਲੈ। ਮਨ ਵਿੱਚ ਸੋਚਣ ਲੱਗਾ ਵੀ ਮਹਾਰਾਜ ਦਾ ਸ਼ਲੋਕ ਜਿਹੜਾ ਪਵਨ ਗੁਰੂ ਵਾਲਾ ਹੈ ਉਹ ਸੁਣਨ ਤੋਂ ਪਹਿਲਾਂ ਹੀ ਚੱਲੇ ਹਨ। ਸੁਨੈ ਸਲੋਕ ਨ ਸੁਭ ਫਲ ਫਲੇ। ਇਸ ਕਰਕੇ ਜਿਹੜਾ ਸ਼ਲੋਕ ਇਹਨਾਂ ਨੇ ਨਹੀਂ ਸੁਣਨਾ ਉਹਦਾ ਫਲ ਸ਼ੁਭ ਮੈਨੂੰ ਕਿਵੇਂ ਮਿਲੇਗਾ। ਵਿਫਲ ਮਨੋਰਥ ਹੋਵਤ ਦੀਖਾ। ਮੇਰਾ ਤਾਂ ਮੈਨੂੰ ਲੱਗਦਾ ਮਨੋਰਥ ਹੀ ਵਿਫਲ ਹੋ ਗਿਆ ਸਾਰਾ। ਕਯੋ ਛੂਛ ਮੈਂ ਪ੍ਰਥਮ ਸਰੀਖਾ। ਮੈਂ ਤਾਂ ਪਹਿਲੋਂ ਦੀ ਤਰ੍ਹਾਂ ਹੀ ਖਾਲੀ ਰਹਿ ਗਿਆ। ਸਾਧ ਸੰਗਤ ਮਤਲਬ ਇਹ ਹੈ, ਅਸੀਂ ਸੋਚ ਸਕਦੇ ਹਾਂ ਬਈ ਮੈਂ ਜਪਜੀ ਸਾਹਿਬ ਪੜ੍ਹਿਆ, ਜਾਪ ਸਾਹਿਬ ਪੜ੍ਹਿਆ, ਗੁਰੂ ਬਖਸ਼ੀਆਂ ਨਿਤਨੇਮ ਦੀਆਂ ਬਾਣੀਆਂ ਪੜ੍ਹੀਆਂ, ਰਹਿਰਾਸ ਸਾਹਿਬ ਪੜ੍ਹੀ, ਸੋਹਿਲਾ ਸਾਹਿਬ ਪੜ੍ਹਿਆ, ਮਿਲਿਆ ਤੇ ਕੁਝ ਨਹੀਂ। ਭਾਈ ਸਾਹਿਬ ਹੀ ਸੋਚ ਰਹੇ ਹਨ। ਹਾਂਜੀ, ਲਖ ਉਰ ਕੀ ਗੁਰੇ ਅੰਤਰ ਜਾਮੀ। ਪਰ ਸਾਧ ਸੰਗਤ ਬਾਣੀ ਪੜ੍ਹੀ ਹੋਈ ਖਾਲੀ ਨਹੀਂ ਜਾਣ ਦਿੰਦੀ। ਦੇਰ ਅਬੇਰ ਉਹਦੀ ਬਰਕਤ ਝੋਲੀ 'ਚ ਪਾਈ ਜਾਂਦੀ ਹੈ। ਸਾਹਿਬ ਜੀਆਂ ਨੇ ਸਭ ਜਾਣ ਲਿਆ ਹਿਰਦੇ ਦਾ। ਬੋਲੇ ਕਹਾਂ ਕੀਨ ਤੈ ਕਾਮੀ। ਮਹਾਰਾਜ ਕਹਿਣ ਲੱਗੇ, ਗੋਪਾਲਾ ਜੀ ਕੀ ਕਾਮਨਾ ਕਰਦੇ ਪਏ ਹੋ। ਬਿਨਾ ਮਨੋਰਥ ਜਪਜੀ ਸਾਰੋ। ਬਿਨਾਂ ਕਿਸੇ ਕਾਮਨਾ ਦੇ ਸਾਰਾ ਜਪਜੀ ਸਾਹਿਬ ਤੁਸੀਂ ਪੜ ਲਿਆ। ਪੂਰਬ ਸਮਝੇ ਸਕਲ ਉਚਾਰੋ। ਸਾਰਾ ਸ਼ਲੋਕ ਸਮੇਤ ਪਹਿਲਾਂ ਦੀ ਤਰ੍ਹਾਂ ਨਿਸ਼ਕਾਮ ਹੋ ਕੇ ਸੁਣਾ ਦਿੰਦੇ, ਉਚਾਰਦੇ। ਸ੍ਰੀ ਨਾਨਕ ਗਾਦੀ ਵਡਿਆਈ। ਗੁਰੂ ਨਾਨਕ ਜੀ ਦੀ ਵਡਿਆਈਆਂ ਭਰੀ ਜਿਹੜੀ ਗੱਦੀ ਹੈ। ਸਗਰੇ ਜਗ ਕੀ ਬਰ ਗੁਰਿਆਈ। ਅਨੇਕ ਬ੍ਰਹਮੰਡਾਂ ਦੀ ਸਭ ਤੋਂ ਵੱਡੀ ਗੁਰਗੱਦੀ ਹੈ। ਸੋ ਹਮ ਦੈਨ ਉਠਤ ਇਸ ਸਮੇਂ। ਅਸੀਂ ਤਾਂ ਉਹ ਦੇਣ ਲਈ ਇਸ ਸਮੇਂ ਉੱਠ ਰਹੇ ਸੀ। ਜਿਸ ਕੈ ਅਗਰ ਤ੍ਰਿਲੋਕੀ ਨਮੇ। ਐਸੀ ਗੁਰਤਾ ਜਿਹਦੇ ਸਾਹਮਣੇ ਤਿੰਨੇ ਲੋਕ, ਤਿੰਨਾਂ ਲੋਕਾਂ ਦੀਆਂ ਵੱਡੀਆਂ ਗੈਬੀ ਸ਼ਕਤੀਆਂ ਕਣ ਕਣ ਵੀ ਨਤਮਸਤਕ ਹੁੰਦੇ ਹਨ। ਕਹਾਂ ਕਰੇ ਇਸ ਤੋਹੇ ਨ ਕੋਈ। ਪਰ ਕਹਾਂ ਕਹੇ ਕਰੇ ਬਸ ਤੋਹੇ ਨਾ ਕੋਈ। ਪਰ ਤੇਰੇ ਵਸ ਵਿੱਚ ਵੀ ਨਹੀਂ ਹੈ ਭਾਈ ਜੀ। ਜਹਾਂ ਉਚਿਤ ਹੋਏ ਪਹੁੰਚੇ ਸੋਈ। ਜਿੱਥੇ ਉਚਿਤ ਹੋਵੇ ਗੱਦੀ ਉੱਥੇ ਹੀ ਪਹੁੰਚਦੀ ਹੈ। ਅਬ ਪੀ ਤਨ ਜਨਮ ਤੁਝ ਭਇਓ। ਫੇਰ ਵੀ ਕੋਈ ਗੱਲ ਨਹੀਂ, ਜੇ ਤੂੰ ਕਾਮਨਾ ਵੀ ਕਰ ਲਈਏ ਤਾਂ ਵੀ ਤੇਰਾ ਜਨਮ ਧਨ ਹੈ। ਤੂੰ ਬਹੁਤ ਪ੍ਰੇਮ ਨਾਲ ਬਾਣੀ ਪੜ੍ਹੀ ਹੈ। ਜਨਮ ਮਰਨ ਦੁੱਖ ਸਭ ਮਿਟ ਗਏ। ਮਤਲਬ ਇਹ ਹੈ ਵੀ ਜੇ ਕਾਮਨਾ ਅਧੀਨ ਵੀ ਕੋਈ ਬਾਣੀ ਪੜ੍ਹਦਾ ਹੈ ਨਾ ਤੇ ਤਾਂ ਵੀ ਉਹਦਾ ਜੰਮਣਾ ਮਰਨਾ ਮਿਟ ਜਾਂਦਾ ਤੇ ਵੱਡੀਆਂ ਬਰਕਤਾਂ ਮਿਲਦੀਆਂ ਹਨ। ਹਰਿਓ ਮਨੋਰਥ ਜੋ ਅਬ ਜੈਸੇ। ਜਿਹੜਾ ਤੂੰ ਜਿਸ ਤਰ੍ਹਾਂ ਹੁਣ ਮਨੋਰਥ ਕੀਤਾ ਹੈ, ਸੋਲੀ ਜੋ ਨਾ ਬਿਲਮੋ ਜੈਸੇ। ਉਹ ਸਾਡੇ ਕੋਲੋਂ ਲੈ ਲਵੋ ਤੇ ਕੋਈ ਦੇਰ ਇਹਦੇ ਵਿੱਚ ਨਹੀਂ ਹੈ। ਕਹਿ ਕਰ ਸੋ ਕੋਰਾ ਮੰਗਵਾਇਓ। ਸਾਹਿਬ ਜੀ ਨੇ ਸਿੱਖਾਂ ਨੂੰ ਕਹਿ ਕੇ ਤੇ ਉਹ ਬੇਸ਼ਕੀਮਤੀ ਘੋੜਾ ਮੰਗਵਾ ਲਿਆ ਹੈ। ਸੁੰਦਰ ਜਿਸ ਪਰ ਜੀਨ ਸੁਹਾਇਓ। ਬਹੁਤ ਸੋਹਣੀ ਹੀਰਿਆਂ ਜੜੀ ਸੋਨੇ ਦੀ ਕਾਠੀ ਉਹਦੇ ਤੇ ਹੈ। 1.25 ਲੱਖ ਕੀ ਕੀਮਤ ਜਾਹੀ। ਕਾਠੀ ਦੀ ਕੀਮਤ ਹੀ 1.25 ਲੱਖ ਹੈ। ਘੋੜਾ ਤਾਂ ਲੱਖ ਦਾ ਹੈ ਹੀ ਹੈ,
ਤੇ ਕਾਠੀ 1.25 ਲੱਖ ਦੀ ਹੈ। ਹੋਏ ਪ੍ਰਸੰਨ ਬਖਸ਼ਿਸ਼ ਪੇ ਤਾਹੀ। ਮਹਾਰਾਜ ਸੱਚੇ ਪਾਤਸ਼ਾਹ ਜੀ ਪ੍ਰਸੰਨ ਹੋਏ ਤੇ ਆਖਣ ਲੱਗੇ, ਲਓ ਗੋਪਾਲਾ ਜੀ, ਇਹ ਘੋੜਾ ਤੁਸੀਂ ਲੈ ਲਵੋ। ਵਸਤਰ ਵਿਭੂਖਨ ਤਨ ਕੁਛ ਤੇ ਔਰ। ਹੋਰ ਵੀ ਸੋਹਣੇ ਬੇਸ਼ਕੀਮਤੀ ਬਸਤਰ, ਸ਼ਸਤਰ ਤੇ ਧਨ ਦਾ ਥਾਲ ਭਰ ਕੇ। ਦੇਤ ਪਏ ਸੋਢੀ ਸਿਰ ਮੋਰ। ਸੋਢੀ ਕੁਲ ਦੇ ਸਿਰਮੌਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਭਾਈ ਗੋਪਾਲਾ ਜੀ ਨੂੰ ਦੇ ਦਿੱਤਾ। ਲੈ ਗੋਪਾਲੇ ਆਨੰਦ ਤੇ ਉਪਾਇ। ਭਾਈ ਗੋਪਾਲਾ ਜੀ ਨੇ ਸੀਸ ਝੁਕਾ ਕੇ ਮਹਾਰਾਜ ਦੀ ਬਖਸ਼ਿਸ਼ ਜਾਣਦਿਆਂ ਇਹ ਵਸਤੂਆਂ ਪ੍ਰਾਪਤ ਕੀਤੀਆਂ ਤੇ ਬਹੁਤ ਪ੍ਰਸੰਨ ਹੋਏ। ਸ੍ਰੀ ਗੁਰ ਤੇ ਸੁਨ ਕਰ ਪਛਤਾਇਓ। ਨਾਲੇ ਮਨ ਵਿੱਚ ਪਛਤਾਏ ਵੀ ਮਿਲਦਾ ਕੀ ਸੀ ਤੇ ਮੰਗ ਕੀ ਲਿਆ ਹੈ। ਮਾਤਰਾ ਵਰਣ ਸੰਭਾਰੈ ਸਾਰੀਆਂ ਮਾਤਰਾ ਅੱਖਰ ਸੰਭਾਲ ਕੇ ਭਾਵ ਧਿਆਨ ਨਾਲ। ਸ੍ਰੀ ਗੁਰਬਾਣੀ ਸਿੱਖ ਉਚਾਰੇ। ਜਿਹੜਾ ਵੀ ਸਿੱਖ ਬਾਣੀ ਪੜ੍ਹਦਾ ਹੈ ਪੂਰੇ ਧਿਆਨ ਪੂਰੇ ਸਨਮਾਨ ਨਾਲ, ਮਹਾਤਮ ਕਰ ਦਿਖਰਾਇਓ। ਉਸ ਦਾ ਬਹੁਤ ਵੱਡਾ ਮਹਾਤਮ ਹੈ, ਫਲ ਹੈ। ਇਹ ਮਹਾਰਾਜ ਜੀਆਂ ਨੇ ਦਿਖਾ ਦਿੱਤਾ ਹੈ। ਤਿਰਲੋਕ ਮੈਂ ਸਮ ਕੁਛ ਪਾਇਓ। ਤਿਰਲੋਕੀ ਵਿੱਚ ਸ਼ੁੱਧ ਬਾਣੀ ਪੜਨ ਦੇ ਬਰਾਬਰ ਕੋਈ ਹੋਰ ਵਸਤੂ ਨਹੀਂ ਹੈ। ਸਤਿਗੁਰ ਬੋ ਕਰੇ ਬਿਲਾਸ। ਇਸ ਤਰ੍ਹਾਂ ਮਹਾਰਾਜ ਜੀ ਬਹੁਤ ਪ੍ਰਸੰਨ ਨੇ, ਖੁਸ਼ ਨੇ, ਹਾਸ ਬਿਲਾਸ ਕਰਦੇ ਹਨ। ਨੇ ਸੁਵਟ ਰਾਖੈ ਨਿਜ ਤੇ ਪਾਸ। ਬਹੁਤ ਸਾਰੇ ਸੂਰਮੇ ਮਹਾਰਾਜ ਜੀ ਦੇ ਕੋਲ ਉਹਨਾਂ ਦੀ ਸੈਨਾ ਵਿੱਚ ਆਪਣੇ ਰੱਖੇ ਹੋਏ ਹਨ। ਰੰਗ ਬਿਕਨ ਆਵੈ ਸੋਲੇ। ਹੋਰ ਵੀ ਕੋਈ ਬਹੁਤ ਕੀਮਤੀ ਤੋਂ ਕੀਮਤੀ ਘੋੜਾ ਵਿਕਦਾ ਹੋਵੇ ਆਵੇ, ਮਹਾਰਾਜ ਖਰੀਦ ਲੈਂਦੇ ਹਨ ਆਪਣੇ ਸਿੱਖਾਂ ਲਈ। ਸੈਨਾ ਮੈਂ ਵਰਤਾਏ ਸੋ ਦੇਤ। ਤੇ ਕੀਮਤੀ ਤੋਂ ਕੀਮਤੀ ਸ਼ਸਤਰ, ਕੀਮਤੀ ਤੋਂ ਕੀਮਤੀ ਬਸਤਰ, ਕੀਮਤੀ ਤੋਂ ਕੀਮਤੀ ਘੋੜੇ ਮਹਾਰਾਜ ਖਰੀਦ ਕੇ ਆਪਣੇ ਸਿੱਖਾਂ ਸੈਨਿਕਾਂ ਵਿੱਚ ਵਰਤਾ ਦਿੰਦੇ ਆ। ਬਈ ਇਹ ਤੂੰ ਲੈ ਲੈ, ਇਹ ਤੂੰ ਲੈ ਲੈ। ਜਿਵੇਂ ਪਿਤਾ ਮਹਿੰਗੀਆਂ ਮਹਿੰਗੀਆਂ ਸਮਰੱਥ ਪਿਤਾ ਵਸਤੂਆਂ ਆਪਣੇ ਬੱਚਿਆਂ ਨੂੰ ਦੇ ਦਿੰਦਾ, ਇਸ ਤਰ੍ਹਾਂ ਮਹਾਰਾਜ ਜੀ ਨੇ ਸਿੱਖਾਂ ਕੋਲੋਂ ਕੁਝ ਛੁਪਾਇਆ ਨਹੀਂ। ਸਤਿਗੁਰੂ ਮਿਹਰ ਕਰ ਦੇਵਣ। ਬੜੀ ਇਕਾਗਰਤਾ ਪ੍ਰੇਮ ਨਾਲ ਆਪ ਨੇ ਸਰਵਣ ਕੀਤਾ ਸਭ ਦਾ ਹਾਰਦਿਕ ਤੌਰ ਤੇ ਧੰਨਵਾਦ। ਆਓ 2 ਮਿੰਟ ਵਾਸਤੇ ਸਾਰੇ ਮਿਲ ਕੇ ਮਹਾਮੰਤਰ ਗੁਰਮੰਤਰ ਦੇ ਜਾਪ ਕਰੀਏ, ਫਿਰ ਖਿਮਾ ਪ੍ਰਾਰਥੀ ਹੋਵਾਂਗੇ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ।